ਰਹੀ ਹੈ KRPA 11 10 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 8 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। ਤੇ ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ। ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਖਬਰਾਂ ਦੀ ਜਿਹੜੀ ਸ਼ੁਰੂਆਤ ਆ ਉਹ ਕਰਦੇ ਹੈਗੇ ਆ ਜੀ, ਜਿਹੜਾ ਇੱਕ ਪ੍ਰੋਵਿੰਸ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਜਿਸ ਵਿੱਚ ਕ੍ਰਿਮੀਨਲ ਚਾਰਜਿਸ ਦਾ ਸਾਹਮਣਾ ਕਰਦੇ ਪੋਲੀਟੀਸ਼ੀਅਨਸ ਦੀ ਛੁੱਟੀ ਹੋ ਸਕਦੀ ਹੈ, ਉਹਨਾਂ ਨੂੰ ਛੁੱਟੀ ਤੇ ਭੇਜਿਆ ਜਾ ਸਕਦਾ। ਇਹ ਕਾਨੂੰਨ ਦੇ ਨਾਲ ਜਿਹੜੇ ਆਪਣੇ ਸਰੀ ਦੇ ਮੇਅਰ ਸਾਹਿਬ ਹੈਗੇ ਆ ਉਹਨਾਂ ਦੇ ਕੇਸ ਤੇ ਕੋਈ ਅਸਰ ਹੋਊਗਾ ਜਾਂ ਨਹੀਂ? ਦੇਖੋ, ਜਿਹੜੀਆਂ ਚੀਜ਼ਾਂ ਨਾਰਮਲ ਗੱਲਾਂ ਹੋਣੀਆਂ ਚਾਹੀਦੀਆਂ ਨਾ, ਜੇ ਉਹਨਾਂ ਤੇ ਕਾਨੂੰਨ ਬਣਨ ਲੱਗ ਪਏ ਇਹਦਾ ਮਤਲਬ ਲੋਕੀ ਐਕਸੈਪਟ ਨਹੀਂ ਕਰ ਰਹੇ। ਹਾਂਜੀ, ਲੋਕੀ ਹੁਣ ਆਮ ਮਿਊਨਿਸਪਲ ਚੋਣਾਂ ਦੇ ਵਿੱਚ 65% ਲੋਕੀ ਆਉਂਦੇ ਨਹੀਂ, 66% ਜਿਹੜੇ ਕਿ ਰਜਿਸਟਰਡ ਵੋਟਰ ਆ ਪਰ ਪਾਉਂਦੇ ਨਹੀਂ ਵੋਟ। ਉਹਨਾਂ ਨੂੰ ਲੱਗਦਾ ਕਿ ਕੁਝ ਡਿਵੈਲਪਰਸ ਨੇ, ਕੁਝ ਪੈਸੇ ਵਾਲਿਆਂ ਨੇ ਕੌਂਸਲ ਖਰੀਦੀ ਆ, ਮੇਅਰ ਖਰੀਦਦੇ ਆ, ਝੂਠ ਬੋਲੀ ਜਾਂਦੇ ਆ। ਹੁਣ ਇਸ ਲਾਅ ਦੇ ਵਿੱਚ ਉਹਨਾਂ ਨੇ ਦੋ ਗੱਲਾਂ ਕੀਤੀਆਂ। ਪ੍ਰਪੋਜ਼ ਲਾਅ ਆ ਜੀ, ਹਾਂਜੀ, ਤੇ ਮੇਅਰ ਆਫ ਸਰੀ ਤੇ ਫਰਕ ਨਹੀਂ ਪੈਣਾ ਕਿਉਂਕਿ ਰੈਟਰੋਐਕਟਿਵ ਨਹੀਂ ਹੈ, ਉਹਨਾਂ ਤੇ ਚਾਰਜ ਆਲਰੇਡੀ ਲੱਗ ਚੁੱਕੇ ਆ ਜੀ। ਸੋ ਇਹਦਾ ਫਿਊਚਰ ਦੇ ਵਿੱਚ ਹੈ, ਸਾਡੇ ਭਵਿੱਖ ਦੇ ਵਿੱਚ। ਇੱਕ ਤਾਂ ਹੈ ਕਿ ਜੇ ਕੋਈ ਕਨਵਿਕਟਡ ਹੋਵੇ ਪੋਲੀਟੀਸ਼ੀਅਨ ਲੋਕਲ ਲੈਵਲ ਤੇ, ਉਹ ਵੀ ਇੰਡਾਈਟੇਬਲ ਅਫੈਂਸ ਹੋਵੇ, ਕੋਈ ਜਿਹੜਾ ਕਿ ਖਤਰਨਾਕ ਅਫੈਂਸ ਹੈ ਕ੍ਰਿਮੀਨਲ ਕੋਡ ਦੇ ਵਿੱਚ, ਸੀਰੀਅਸ ਹੈ। ਹੁਣ ਜਿਹੜਾ ਮੇਅਰ ਡਗ ਮਕੈਲਮ ਤੇ ਕੇਸ ਚੱਲਦਾ ਹੈ ਉਹ ਹਾਈਬ੍ਰਿਡ ਹੈ, ਉਹਦੀ ਸਜ਼ਾ ਇੰਡਾਈਟੇਬਲ ਅਫੈਂਸ ਵੀ ਆ ਵੈਸੇ ਤੇ ਸਮਰੀ ਕਨਵਿਕਸ਼ਨ ਵੀ ਹੈ। ਹਾਂ, ਕੋਰਟ ਦੇ ਵਿੱਚ ਜਿਹੜਾ ਕਰਾਊਨ ਨੇ ਸ਼ੁਰੂ ਕੀਤਾ, ਉਹਨਾਂ ਨੇ ਪਹਿਲਾਂ ਪੁੱਛਣਾ ਪੈਂਦਾ ਨਾ, ਜੱਜ ਪੁੱਛਦਾ ਕਿ ਤੁਸੀਂ ਇੰਡਾਈਟੇਬਲ ਅਫੈਂਸ ਦੇ ਤੌਰ ਤੇ ਇਹਨਾਂ ਨੂੰ ਕਨਵਿਕਟ ਕਰਨਾ ਜਾਂ ਸਮਰੀ ਕਨਵਿਕਸ਼ਨ ਕਰਨੀ ਹੈ। ਉਹਨਾਂ ਨੇ ਕਿਹਾ ਕਿ ਸਮਰੀ ਕਨਵਿਕਸ਼ਨ ਕਰਨੀ ਹੈ ਕਿਉਂਕਿ ਸਮਰੀ ਕਨਵਿਕਸ਼ਨ ਥੋੜੀ ਜਿਹੀ ਸੌਖੀ ਆ। ਸਮਰੀ ਕਨਵਿਕਸ਼ਨ ਬਾਰੇ ਥੋੜਾ ਦੱਸ ਦਿਓ ਆਪਣੇ ਸਰੋਤਿਆਂ ਨੂੰ। ਸਮਰੀ ਕਨਵਿਕਸ਼ਨ ਹੁੰਦੀ ਆ ਜਿਹੜੀ $5000 ਉਹਨਾਂ ਨੇ ਮੰਨਿਆ ਆ, 5000 ਤੋਂ ਘੱਟ ਦੀ ਗੱਲ ਹੋਵੇ ਤਾਂ ਸੀਰੀਅਸ ਗੱਲ ਨਹੀਂ ਹੋਵੇ, 5000 ਤੋਂ ਉੱਪਰ ਹੋਵੇ ਜਿਹਦੇ ਵਿੱਚ ਸੀਰੀਅਸ ਹੋਵੇ ਕੋਈ ਇਸ਼ੂ, ਕਿਸੇ ਨੇ ਲੱਤਾਂ ਤੋੜਤੀਆਂ, ਕਿਸੇ ਨੂੰ ਧਮਕੀ ਦੇ ਤੇ ਉਹਦੀ ਸਜ਼ਾ ਵੀ ਜ਼ਿਆਦਾ ਹੁੰਦੀ ਹੈ ਇੰਡਾਈਟੇਬਲ ਅਫੈਂਸ ਦੀ। ਸਮਰੀ ਕਨਵਿਕਸ਼ਨ ਦੀ ਅਪ ਟੂ 6 ਮੰਥ ਹੋ ਸਕਦੀ ਹੈ ਸਜ਼ਾ, ਤੇ ਅਪ ਟੂ $5000 ਉਹਨਾਂ ਨੂੰ ਫਾਈਨ ਵੀ ਕੀਤਾ ਜਾ ਸਕਦਾ। ਸੋ ਇਹਦੇ ਵਿੱਚ ਪਰ ਕਿਉਂਕਿ ਉਹਨਾਂ ਨੂੰ ਇੰਡਾਈਟੇਬਲ ਅਫੈਂਸ ਦੇ ਵਿੱਚ ਚਾਰਜ ਕੀਤਾ ਜਾ ਸਕਦਾ ਸੀ, ਸੋ ਇਹ ਕਾਨੂੰਨ ਉਹਨਾਂ ਤੇ ਲਾਗੂ ਹੋਣਾ ਸੀ ਜੇ ਪਹਿਲਾਂ ਬਣਿਆ ਹੁੰਦਾ। ਦੂਸਰੀ ਗੱਲ ਹੈਗੀ ਆ, ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਤੇ ਕੋਈ ਚਾਰਜ ਲੱਗ ਜਾਂਦਾ, ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਆ, ਉਸ ਤੋਂ ਬਾਅਦ ਜਿਹੜੀ ਕਰਾਊਨ ਹੈ ਉਹ ਉਹਨੂੰ ਚਾਰਜ ਕਰਦੀ ਹੈ, ਫਿਰ ਉਸ ਲੋਕਲ ਪੋਲੀਟੀਸ਼ੀਅਨ ਨੂੰ ਇੱਕ ਸਟੈਪ ਸਾਈਡ ਕਰ ਦੇਣਾ ਚਾਹੀਦਾ। ਉਹ ਤਨਖਾਹ ਲਈ ਜਾਵੇ ਜਿਹੜੀ ਲਈ ਜਾਂਦੇ ਆ ਜੀ, ਪਰ ਉਹਨੂੰ ਆਫਿਸ ਦਾ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਚਿਰ ਜਿੰਨਾ ਚਿਰ ਉਹ ਚਾਰਜਸ ਡ੍ਰੌਪ ਨਹੀਂ ਹੁੰਦੇ ਜਾਂ ਕੋਰਟ ਫੈਸਲਾ ਨਹੀਂ ਕਰਦੀ। ਹੁਣ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡਾ ਨਾਰਮਲ ਜਿਹੜਾ ਬਿਹੇਵੀਅਰ ਆ, ਉਹ ਸਾਰੇ ਜੋ ਕੁਝ ਕਰਦੇ ਹਾਂ ਅਸੀਂ ਆਪਣੀ ਲਾਈਫ ਦੇ ਵਿੱਚ, ਸਭ ਕੁਝ ਲਾਜ਼ ਹੀ ਨਹੀਂ ਹੈ ਵੀ ਜੇ ਕਾਨੂੰਨਨ ਤੌਰ ਤੇ ਮੈਂ ਕਹਾਂ ਮੈਂ ਇੱਥੇ ਬੈਠ ਥੁੱਕੀ ਜਾਵਾਂ, ਇਹ ਲਾਅ ਤਾਂ ਹੈ ਨਹੀਂ ਇਹਦੇ ਵਿੱਚ। ਪਰ ਕੁਝ ਗੱਲਾਂ ਜਿਹੜੀਆਂ ਸਾਡੀਆਂ ਬਿਹੇਵੀਅਰ ਨੂੰ ਗਾਈਡੈਂਸ ਦਿੰਦੀਆਂ ਨੇ ਜੀ। ਹੁਣ ਨਾਰਮਲ ਗੱਲ ਹੈ ਕਿ ਅਸੀਂ ਡਾਈਨਿੰਗ ਟੇਬਲ ਤੇ ਬੈਠ ਕੇ ਬੰਦਾ ਡਕਾਰੀ ਮਾਰੀ ਜਾਵੇ, ਛਿੱਕਾਂ ਮਾਰੀ ਜਾਵੇ, ਬੁਰਕੀ ਮੂੰਹ ਦੇ ਵਿੱਚ ਪਾਈ ਹੈ, ਮੂੰਹ ਬੰਦ ਨਾ ਕਰੇ, ਲੋਕਾਂ ਤੇ ਬੁਰਕੀਆਂ ਸਿੱਟੀ ਜਾਵੇ, ਉਹਨੂੰ ਟੋਲਰੇਟ ਨਹੀਂ ਕੀਤਾ ਜਾਂਦਾ। ਉਹ ਬਿਹੇਵੀਅਰ ਆ, ਉਹ ਤੇ ਵਿਚਾਰ ਤਾਂ ਲੱਗਦਾ ਨਹੀਂ ਜੀ, ਪਰ ਅਸੀਂ ਇਹੀ ਸਮਝਦੇ ਵੀ ਇਸ ਬੰਦੇ ਨੂੰ ਬੈਠਣਾ ਹੀ ਨਹੀਂ ਆਉਂਦਾ, ਇਸ ਬੰਦੇ ਨੂੰ ਪੀਣਾ ਹੀ ਨਹੀਂ ਆਉਂਦੀ, ਤੇ ਬਾਹਰ ਜਾ ਕੇ ਉਹ ਬੰਦਾ ਲੋਇਟਰਿੰਗ ਕਰਦਾ ਹੈ। ਜੇ ਬੰਦਾ ਤੁਸੀਂ ਤੁਰਿਆ ਜਾਂਦਾ ਹੈ, ਉਹ ਕੁਝ ਖਾ ਕੇ ਤਾਂ
ਜਿਹੜਾ ਰਹਿ ਪਿਆ ਉਹ ਚੱਕ ਕੇ ਸੱਟ ਦਿੰਦਾ, ਜਿੱਥੇ ਜਾਂਦਾ ਤੁਰਿਆ ਜਾਂਦਾ, ਫੁੱਟਪਾਥ ਤੇ ਤੁਰਿਆ ਜਾਂਦਾ। ਲੋਕਾਂ ਨੂੰ ਬਾਈਲਾਜ਼ ਮਿਊਨਿਸਪੈਲਿਟੀਜ਼ ਨੂੰ ਉਦੋਂ ਸ਼ੁਰੂ ਕਰਨੇ ਪਏ ਜਦੋਂ ਲੋਕੀ ਹਟੇ ਹੀ ਨਹੀਂ ਜੀ। ਪਹਿਲਾਂ ਤਾਂ ਹੈਗਾ ਸੈਲਫ ਰੈਗੂਲੇਸ਼ਨ। ਜੇ ਤੁਸੀਂ ਸੈਲਫ ਰੈਗੂਲੇਟ ਕਰਦੇ ਆ ਆਪਣੇ ਆਪ ਨੂੰ, ਉਹ ਗੱਲਾਂ ਜਿਹੜੀਆਂ ਕਿ ਨਾਰਮਲ ਗੱਲਾਂ ਆ, ਜਿਹੜੇ ਤੁਹਾਨੂੰ ਦੱਸਣਾ ਨਹੀਂ ਚਾਹੀਦਾ ਵੀ ਸਵੇਰ ਨੂੰ ਉੱਠੇ ਆ ਤਾਂ ਇੱਕ ਦੂਜੇ ਨੂੰ ਗਾਲਾਂ ਨਹੀਂ ਕੱਢੀ ਦਿੰਦੇ, ਗੁੱਡ ਮਾਰਨਿੰਗ ਕਹੀ ਹੁੰਦੀ ਹੈ ਜੀ, ਰਾਈਟ। ਤੁਸੀਂ ਇਹ ਤਾਂ ਉੱਠ ਕੇ ਕਰਦੇ ਨਹੀਂ ਕਿ ਸਵੇਰ ਨੂੰ ਹੁਣ ਉੱਠਿਆ ਚੱਲ ਪਹਿਲਾਂ ਗੁਆਂਢੀ ਨੂੰ ਗਾਲਾਂ ਕੱਢ ਕੇ ਆਵਾਂ। ਇਹ ਸਾਡੇ ਲਈ ਨਾਰਮਲ ਗੱਲ ਹੈ ਜੀ। ਪਰ ਜੇ ਕੋਈ ਕਰਦੇ ਆ ਇਦਾਂ ਤਾਂ ਫਿਰ ਉਹਨਾਂ ਨੇ ਇਹ ਬਣਾਇਆ ਕਿ ਇਹ ਪਬਲਿਕ ਪੀਸ ਨੂੰ ਡਿਸਟਰਬ ਕਰ ਰਿਹਾ ਬੰਦਾ ਜੀ। ਤੇ ਫਿਰ ਹੈਗੇ ਅਸੀਂ ਕੰਮ ਕਰਦੇ ਹਾਂ ਕੋਈ ਜਿਹੜੀਆਂ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਆਉਂਦੀਆਂ ਹੈ। ਸਰਕਾਰ ਇਹ ਕਹਿੰਦੀ ਕਿ ਤੁਸੀਂ ਜੇ ਲਾਇਰ ਆ, ਤੁਸੀਂ ਇੰਜੀਨੀਅਰ ਆ, ਤੁਸੀਂ ਡਾਕਟਰ ਆ, ਤੁਸੀਂ ਬੱਚੇ ਤਾਂ ਹੈ ਨਹੀਂ 3 ਸਾਲਾਂ ਦੇ ਜਿਹਨਾਂ ਨੂੰ ਉਂਗਲੀ ਫੜ ਕੇ ਲਿਜਾਣਾ ਪੈਣਾ। ਜੇ ਇਸ ਪ੍ਰੋਫੈਸ਼ਨ ਦੇ ਵਿੱਚ ਕੁਛ ਇੱਕ ਐਥਿਕਸ ਹੈ, ਇਖਲਾਕ ਦੇ ਨਾਲ ਕੰਮ ਕਰਨਾ ਪੈਂਦਾ। ਉਹ ਐਥਿਕ ਜਿਹੜੇ ਆ ਉਹਨਾਂ ਦੇ ਵਿੱਚ ਜੇ ਤੁਸੀਂ ਸੈਲਫ ਰੈਗੂਲੇਟ ਕਰੋ ਆਪਣੇ ਆਪ ਨੂੰ, ਉਹ ਵਧੀਆ ਗੱਲ ਹੈ। ਹਾਂਜੀ। ਕਿਉਂਕਿ ਹਰ ਗੱਲ ਅਸੀਂ ਕਰੀਏ ਇਹ ਚੰਗੀ ਗੱਲ ਨਹੀਂ ਜੀ। ਜਦੋਂ ਨਹੀਂ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਬਿਲਕੁਲ ਹੀ ਹੱਦੋਂ ਬਾਹਰ ਚਲ ਜਾਂਦੀ ਹੈ, ਜਿੱਦਾਂ BC ਦੇ ਵਿੱਚ ਕਾਲਜ ਆਫ ਟੀਚਰਸ ਹੁੰਦਾ ਸੀ, ਪਹਿਲਾਂ ਸੈਲਫ ਰੈਗੂਲੇਸ਼ਨ ਹੁੰਦੀ ਸੀ ਇਹਨਾਂ ਦੀ, ਤੇ ਉਸ ਤੋਂ ਬਾਅਦ ਉਹ ਕੁਝ ਗੱਲਾਂ ਉਹਨਾਂ ਨੇ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਐਥੀਕਲ ਨਹੀਂ ਸੀ, ਜਿਹੜੀਆਂ ਇੱਕ ਟੀਚਰਸ ਦੀ ਆਰਗੇਨਾਈਜੇਸ਼ਨ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ। ਫਿਰ ਸਰਕਾਰ ਨੇ ਉਹ ਜ਼ਿੰਮੇਵਾਰੀ ਲੈ ਲਈ। ਮਿਨਿਸਟਰੀ ਆਫ ਐਜੂਕੇਸ਼ਨ ਦੇ ਕੋਲ ਉਹ ਸਭ ਕੁਝ ਹੈ ਜਿਹੜਾ ਕਾਲਜ ਆਫ ਟੀਚਰਸ ਦੇ ਕੋਲ ਹੁੰਦਾ ਸੀ। ਜੇ ਕੱਲ ਨੂੰ ਲਾਇਰਸ ਵੀ ਆਪਣੀ ਸੈਲਫ ਰੈਗੂਲੇਸ਼ਨ ਨਾ ਕਰਨ, ਜਿੱਦਾਂ ਤੁਸੀਂ ਜਾਣਦੇ ਆ ਲਾਇਰ ਦੇ ਕੋਲੋਂ, ਪਹਿਲੀ ਗੱਲ ਤਾਂ ਉਹਨਾਂ ਦੇ ਇਹ ਹੋਣੀ ਚਾਹੀਦੀ ਉਹ ਕੰਪੀਟੈਂਟ ਹੋਣਾ ਚਾਹੀਦਾ ਜੀ, ਉਹਨੂੰ ਪਤਾ ਹੋਵੇ ਜੀ। ਹੁਣ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਂਦੇ ਆ, ਉਹਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ। ਹਾਂਜੀ। ਉਹਦੀ ਸੈਲਫ ਰੈਗੂਲੇਟਰੀ ਬਾਡੀ ਇਹ ਕਹਿੰਦੀ ਹੈ ਇਹਨੂੰ ਬੰਦੇ ਨੂੰ ਕੰਪੀਟੈਂਟ ਹੋਣਾ ਚਾਹੀਦਾ, ਇਹਨੂੰ ਪਤਾ ਹੋਣਾ ਚਾਹੀਦਾ। ਜੇ ਉਹਨੂੰ ਪਤਾ ਹੀ ਨਹੀਂ ਹੈ ਤਾਂ ਉਹ ਤੁਹਾਨੂੰ ਸਰਵਿਸ ਕਿੱਦਾਂ ਦੇਊਗਾ ਜੀ। ਦੂਸਰੀ ਗੱਲ ਹੈ, ਜੇ ਹੁਣ ਬੰਦਾ ਆਈ ਬੜਿਆ, ਉਹਨੂੰ ਕਹਣਾ ਵੀ ਕਿੰਨੇ ਕੁ ਪੈਸੇ, ਜਿੱਦਾਂ ਲੁਧਿਆਣੇ ਦੇ ਲਾਗੇ ਇੱਕ ਡਾਕਟਰ ਦੀ ਗੱਲ ਸੁਣਾਉਂਦੇ ਹੁੰਦੇ ਸੀ, ਉਹ ਕਹਿੰਦੇ ਕਿ ਉਹ ਬਜ਼ੁਰਗ ਜ਼ਿਆਦਾ ਆਉਂਦੇ ਸੀ ਉਹਦੇ ਕੋਲ, ਉਹਨਾਂ ਨੂੰ ਪੁੱਛਣਾ ਬਾਬਾ ਜੀ ਖਾ ਕੇ ਕੀ ਆਏ ਆ, ਜਿਹਨੇ ਤਾਂ ਸਾਡੇ ਅੱਗੇ ਮਾਤੜ ਨੇ ਕਹਿਤਾ ਮੈਂ ਤਾਂ ਚਾਹ ਪੀ ਕੇ ਆਇਆ, ਰਾਤ ਦੀ ਰੋਟੀ ਬਣੀ ਸੀ ਉਹਨੂੰ ਲੂਣ ਲਾ ਕੇ ਖਾ ਲਿਆ ਨਾਲ, ਉਹ ਤੋਂ ਲੈਣੇ 5 ਰੁਪਏ। ਜਿਹਨੇ ਕਹਿਤਾ ਵੀ ਆਮਲੇਟ ਖਾ ਕੇ ਆਇਆ ਉਹ ਤੋਂ 20 ਰੁਪਏ ਲੈਣੇ। ਸੋ ਕਈ ਬੰਦੇ ਇਦਾਂ ਵੀ ਦੇਖਦੇ ਵੀ ਲਾਇਰ ਚੱਲ ਪੈਸੇ ਦੇਣ ਵਾਲਾ ਆ, ਇਹ ਤੋਂ ਇਹਨੂੰ ਫੁੰਡਿਆ ਜਾਏ, ਜੇਬ ਦੇਖ ਕੇ ਚਾਰਜ ਕਰਨੇ ਆ। ਤੇ ਉਹ ਰੈਗੂਲੇਸ਼ਨ ਤਾਂ ਇਹ ਆ ਕਿ ਤੁਸੀਂ ਹਰ ਇੱਕ ਜਿਹੜੀਆਂ ਸਰਵਿਸਿਜ਼ ਦੇਣੀਆਂ ਆ ਉਹਨਾਂ ਦੇ ਰੈਗੂਲੇਟਰੀ ਬਾਡੀ ਨੇ ਇਹ ਇੱਕ ਸਟੈਂਡਰਡ ਲਾਇਆ ਕਿ ਇਦੋਂ ਵੱਧ ਚਾਰਜ ਨਹੀਂ ਕਰਨੇ। ਤੁਸੀਂ ਇਹ ਨਹੀਂ ਵੀ ਦਾਲ ਲੱਗਾ ਤਾਂ ਜਿੰਨਾ ਲਾਈ ਚੱਲੋ। ਇਹ ਹੈਗੀਆਂ ਸਾਡੀਆਂ ਸੈਲਫ ਰੈਗੂਲੇਸ਼ਨ। ਅੱਛਾ, ਸੈਲਫ ਰੈਗੂਲੇਸ਼ਨ ਜੇ ਨਹੀਂ ਮੰਨਦੇ ਫਿਰ ਸਰਕਾਰ ਆਉਂਦੀ ਆ। ਇੱਥੇ ਮਿਊਨਿਸਪੈਲਿਟੀਜ਼ ਵੀ ਆਉਂਦੀਆਂ, ਦੇਖ ਲਓ ਸਾਡੇ ਲੋਕਲੀ ਇਲੈਕਟਡ ਬੰਦੇ ਨੇ, ਸਾਡੇ ਪ੍ਰੋਵਿੰਸ਼ੀਅਲੀ ਇਲੈਕਟਡ ਬੰਦੇ ਨੇ, ਫੈਡਰਲੀ ਆ, ਉਹ ਵੀ ਸੈਲਫ ਰੈਗੂਲੇਸ਼ਨ ਹੈ ਉਹਨਾਂ ਤੇ। ਬਹੁਤ ਗੱਲਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਐਥਿਕਸ ਕਮਿਸ਼ਨਰ ਬੈਠਾ ਆ, ਐਥਿਕਸ ਕਮਿਸ਼ਨਰ ਦੇ ਕੋਲ ਕੋਈ ਦੰਦ ਤਾਂ ਹੈ ਨਹੀਂ, ਕੋਈ ਬਹੁਤਾ ਉਹਨਾਂ ਨੂੰ ਫਾਈਨ ਵੀ ਨਹੀਂ ਕਰਦੇ, ਨਾ ਉਹ ਜੇਲ੍ਹ ਕਰਦੇ ਆ। ਪਰ ਇਹ ਕਹਿਣਾ ਐਥਿਕਸ ਕਮਿਸ਼ਨਰ ਵੱਲੋਂ ਜਸਟਿਨ ਟਰੂਡੋ ਨੇ ਆ ਜਿਹੜਾ ਵੈਕੇਸ਼ਨ ਲਈ ਆ, ਇਹ ਗਲਤ ਗੱਲ ਸੀ, ਕਿਉਂਕਿ ਇੱਕ ਪਬਲਿਕ ਫਿਗਰ ਹੈ ਜਿਨ੍ਹਾਂ ਦੇ ਆਗਾ ਖਾਨ ਦੇ ਇਹ ਵੈਕੇਸ਼ਨ ਕਰਕੇ ਆਏ ਮੁਫਤ। ਹਾਂਜੀ। ਉਹ ਬੰਦਾ ਹੈ, ਉਹਦੇ ਬੰਦੇ ਦੀ ਚੈਰਿਟੀ ਆ ਜਿਹੜੀ ਸਰਕਾਰ ਤੋਂ ਟੈਕਸ ਪੇਅਰਸ ਤੋਂ ਮਿਲੀਅਨਸ ਆਫ ਡਾਲਰਸ ਲੈਂਦੀ ਹੈ ਜੀ। ਇਹ ਗੱਲ ਗਲਤ ਹੈ। ਵੈਸੇ ਸ਼ਰਮ ਵਾਲੇ ਬੰਦੇ ਲਈ ਤਾਂ ਬਹੁਤ ਬੜੀ ਵੱਡੀ ਗੱਲ ਹੈ। ਹਾਂਜੀ। ਪਰ ਜਿਹੜਾ ਬੇਸ਼ਰਮ ਬੰਦਾ ਉਹ ਕਹਿੰਦਾ ਵੀ ਇਹਨਾਂ ਦਾ ਗਧਾ ਹੀ ਮਾੜਾ ਸੀ, ਨਹੀਂ ਤਾਂ ਮੈਂ ਤਾਂ ਇੱਕ ਗੇੜਾ ਹੋਰ ਵੀ ਕੱਢਣ ਨੂੰ ਤਿਆਰ ਸੀ। ਇਹ ਫਿਰ ਉਦੋਂ ਬਾਅਦ ਤੁਹਾਨੂੰ ਇੱਕ ਕਦਮ ਅੱਗੇ ਜਾਣਾ ਪੈਂਦਾ, ਉਹ ਲਾਅ ਬਣਾਉਣਾ ਪੈਂਦਾ। ਇਹ ਮੇਅਰ ਡਗ ਮਕੈਲਮ ਇਕੱਲੇ ਨਹੀਂ ਹੈ, ਇੱਥੇ ਬਹੁਤ ਮਿਊਨਿਸਪਲ ਪੋਲੀਟੀਸ਼ੀਅਨ ਹੈ ਜਿਨ੍ਹਾਂ ਨੇ ਕ੍ਰਾਈਮ ਕੀਤੇ
ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਕਿ ਤੁਸੀਂ ਹੁਣ ਸਟੈਪ ਸਾਈਡ ਕਰ ਲਓ, ਜਿੰਨਾ ਚਿਰ ਕੋਰਟ ਫੈਸਲਾ ਨਹੀਂ ਕਰਦੀ ਉਹਨਾਂ ਚਿਰ ਆਪਣੇ ਆਫਿਸ ਨਾ ਆਇਆ ਕਰੋ। ਹਾਂਜੀ। ਜਦੋਂ ਤੁਹਾਨੂੰ ਜੇ ਉਹਨਾਂ ਨੇ ਕਹਿਤਾ ਵੀ ਠੀਕ ਆ ਫਿਰ ਆ ਜਾਓ, ਕੋਈ ਗੱਲ ਨਹੀਂ, ਕਿਉਂਕਿ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਸਟੈਂਡਰਡ ਹੈ ਸਾਡਾ ਉਹੀ ਆ ਕਿ ਜੇ ਚਾਰਜ ਲਾਤੇ ਪੁਲਿਸ ਨੇ, ਪਹਿਲੀ ਤਾਂ ਗੱਲ ਇਹ ਵੱਡੀ ਗੱਲ ਹੈ, ਪੁਲਿਸ ਵੈਸੇ ਹੀ ਚਾਰਜ ਨਹੀਂ ਲਾਉਂਦੀ, ਉਹ ਇਨਵੈਸਟੀਗੇਸ਼ਨ ਕਰਦੀ ਹੈ। ਹਾਂਜੀ। ਦੂਸਰੀ ਗੱਲ ਫਿਰ ਕਰਾਉਣ ਵੀ ਚਾਰਜ ਐਵੇਂ ਨਹੀਂ ਲਾਉਂਦੀ ਜੀ, ਉਹ ਹਰੇਕ ਪੁਲਿਸ ਦੀ ਰਿਪੋਰਟ ਤੇ ਨਹੀਂ ਚਾਰਜ ਲਾਉਂਦੀ। BC ਦੇ ਵਿੱਚ ਜਿਹੜਾ ਸਟੈਂਡਰਡ ਆ ਉਹ ਹੈਗਾ ਕਿ ਸਬਸਟੈਂਸ਼ੀਅਲ ਪ੍ਰੂਫ ਹੋਣਾ ਚਾਹੀਦਾ, ਜਿਹਦੇ ਸਬਸਟੈਂਸ਼ੀਅਲ ਚਾਂਸ ਹੋਣ ਕਨਵਿਕਸ਼ਨ ਦੇ। ਇਹ ਕਾਫੀ ਵੱਡਾ ਪ੍ਰੂਫ ਹੈ, ਕਾਫੀ ਵੱਡਾ ਦੰਡ ਮਾਪ ਹੈ। ਤੇ ਜੇ ਇਹ ਕੁਛ ਲੱਗ ਗਿਆ ਫਿਰ ਤੁਸੀਂ ਸਟੈਪ ਸਾਈਡ ਕਰੋ ਇੱਕ ਪਾਸੇ ਕਿ ਮੈਂ ਹੁਣ ਉਹਨੇ ਦਿਨ ਮੇਅਰ ਨਹੀਂ ਨਾ। ਮੋਰਲ ਰਿਸਪੌਂਸਿਬਿਲਿਟੀ ਜਿਹਨੂੰ اخلاق ਦੀ ਗੱਲ ਕਰਦੇ ਹਾਂ। ਹਾਂਜੀ ਹਾਂਜੀ। ਕਿ ਇਹ ਨਾ ਸੋਚੋ ਵੀ ਠੀਕ ਹੈ ਮੈਂ ਤਾਂ ਗਧੇ ਤੇ ਇੱਕ ਗੇੜਾ ਹੋਰ ਵੀ ਦੇ ਦਾਂ। ਵੈਸੇ ਬਹੁਤ ਘੱਟ ਪੋਲੀਟੀਸ਼ੀਅਨਸ ਹੁੰਦੇ ਆ ਜਿਹੜੇ ਮੋਰਲ ਰਿਸਪੌਂਸਿਬਿਲਿਟੀ ਨੂੰ ਸਮਝਦੇ ਹੋਏ ਸਟੈਪ ਸਾਈਡ ਹੁੰਦੇ ਆ। ਤਾਂ ਹੀ ਤਾਂ 65% ਲੋਕੀ ਜਿਹੜੇ ਹਟੇ ਆ ਨਾ, ਜਿਹੜੇ ਕਹਿੰਦੇ ਜਿਹੜੇ ਆਉਂਦੇ ਹੀ ਨਹੀਂ ਵੋਟ ਪਾਉਣ ਦੀ, ਇਹ ਸਮਝਣ ਦੀ ਲੋੜ ਹੁੰਦੀ ਹੈ। ਅਸੀਂ ਇੱਕ ਗੱਲ ਮੈਂ ਰਿਲੇਟਡ ਗੱਲ ਕਰਦਾ, ਇੱਕ 9/11 ਦੀਆਂ ਘਟਨਾਵਾਂ ਤੋਂ ਬਾਅਦ ਕਾਫੀ ਇੰਟਰਨੈਸ਼ਨਲ ਕਾਨਫਰੰਸਿਸ ਹੋਈਆਂ ਤੇ ਇੱਕ LSE ਦੇ ਵਿੱਚ ਹੋਈ ਸੀ ਉੱਥੇ ਲੰਡਨ ਦੇ ਵਿੱਚ ਕਾਨਫਰੰਸ, ਤੇ ਉੱਥੇ ਕਈ ਬੰਦਿਆਂ ਨੇ ਪੇਪਰ ਪੜ੍ਹੇ ਆਪਣੇ। ਤਾਂ ਇੱਕ ਪ੍ਰੋਬਲਮ ਇਹ ਸੀ, ਇੱਕ ਪੇਪਰ ਦੇ ਉੱਥੇ ਇੰਗਲੈਂਡ ਦਾ ਬੰਦਾ ਸੀ, ਉਹਨੇ ਐਕੈਡੈਮਿਕ ਨੇ ਪੜ੍ਹਿਆ ਪੇਪਰ ਕਿ ਜਿਹੜੇ ਮੁਸਲਮਾਨ ਲੜਕੇ ਆ ਉੱਥੋਂ ਇੰਗਲੈਂਡ ਤੋਂ, ਉਹ ਇਰਾਕ ਦੇ ਵਿੱਚ ਜਾ ਕੇ ਉੱਥੇ ਲੜ ਰਹੇ ਆ। ਜੰਮਪਲ ਉਹ ਇੰਗਲੈਂਡ ਦੇ ਹੀ ਆ, ਮਤਲਬ ਉਹ ਉਹਨਾਂ ਤੇ ਨਜ਼ਲਾ ਝਾੜ ਰਿਹਾ ਸੀ ਵੀ ਇਹ ਲਾਇਲ ਨਹੀਂ ਸਾਨੂੰ, ਆ ਨਹੀਂ। ਤਾਂ ਉਸ ਤੋਂ ਬਾਅਦ ਕਾਫੀ ਕੁਐਸਚਨ ਹੋਏ ਉਸ ਬੰਦੇ ਨੂੰ, ਤਾਂ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਸੀ ਇੱਕ ਸਵਾਲ ਪੁੱਛਣ ਵਾਲਾ। ਮੈਂ ਕਿਹਾ ਵੀ ਇਹ ਗੱਲ ਤਾਂ ਠੀਕ ਹੈ ਤੇਰੀ ਵੀ ਤੂੰ ਕਹਿੰਦਾ ਵੀ ਲਾਇਲ ਨਹੀਂ, ਤੁਸੀਂ ਇਹ ਸੋਚਿਆ ਕਦੇ ਵੀ ਤੁਸੀਂ ਕੀ ਕੀਤਾ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਲਾਇਲਟੀ ਆਪਣੇ ਕਿਸੇ ਹੋਰ ਦੇਸ਼ ਨਾਲ ਸਮਝਦੇ ਆ, ਤੁਹਾਡੇ ਨਾਲ ਨਹੀਂ ਸਮਝਦੇ, ਜੰਮੇ ਪਲੇ ਤੁਹਾਡੇ ਆ, ਤੁਸੀਂ ਕੁਛ ਨਾ ਕੁਛ ਤਾਂ ਕੀਤਾ ਹੀ ਹੋਣਾ ਜੀ। ਜੇ ਤੁਹਾਡਾ ਬੱਚਾ ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚੋਂ ਛੱਡ ਕੇ ਕਿਤੇ ਹੋਰ ਚਲ ਜਾਂਦਾ, ਤੁਹਾਡੀ ਵੀ ਤਾਂ ਗਲਤੀ ਹੋਣੀ ਸ਼ਾਇਦ ਜੀ। 100% ਉਹ ਸਮਝਣ ਦੀ ਤਾਂ ਕੋਸ਼ਿਸ਼ ਕਰੋ ਜੀ। ਸੋ ਪੋਲੀਟੀਸ਼ੀਅਨ ਜਿਹੜੇ ਲੋਕਲ ਅਖਲਾਕ ਦੀ ਗੱਲ ਨਹੀਂ ਸਮਝਦੇ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਲੋਕੀ ਜਿਹੜੇ ਇੰਨੇ ਵੱਡੇ ਪੱਧਰ ਤੇ ਵੋਟ ਹੀ ਨਹੀਂ ਪਾਉਣ ਆਉਂਦੇ। ਕੱਲ ਹੀ ਹਾਲੇ ਲੌਮਾਂਡ ਮੈਂ ਅਖਬਾਰ ਪੜ੍ਹ ਰਿਹਾ ਸੀ ਫਰਾਂਸ ਵਾਲਿਆਂ ਦਾ, ਉਹਨਾਂ ਦੀ ਸੰਡੇ ਨੂੰ ਇਲੈਕਸ਼ਨ ਹੈ ਪ੍ਰੈਜ਼ੀਡੈਂਟ ਦੀ। ਹਾਂਜੀ। ਤਾਂ ਕਾਫੀ ਯੂਥ ਦਾ ਸਰਵੇ ਸੀ, ਉਹਨਾਂ ਨੇ ਬਹੁਤ ਯੂਥ ਕਹਿੰਦੇ ਵੀ ਅਸੀਂ ਨਹੀਂ ਵੋਟ ਪਾਉਣੀ। ਅੱਛਾ, ਇਹ ਸਮਝਣ ਦੀ ਗੱਲ ਹੈ ਕਿ ਤੁਸੀਂ ਕੀ ਕੀਤਾ ਇਹਨਾਂ ਬੰਦਿਆਂ ਨੂੰ ਜਿਹੜੇ ਤੁਹਾਨੂੰ ਵੋਟ ਹੀ ਨਹੀਂ ਪਾ ਸਕਦੇ, ਵੋਟ ਹੀ ਨਹੀਂ ਪਾਉਣ ਲਈ ਰਾਜੀ ਜੀ। ਕੁਛ ਨਾ ਕੁਛ ਤਾਂ ਕੀਤਾ ਹੀ ਹੋਣਾ ਜੀ। ਬਿਲਕੁਲ। ਤੁਸੀਂ ਇਹ ਜੇ ਬਹੁਤ ਪੋਲੀਟੀਸ਼ੀਅਨ ਨੂੰ ਪੁੱਛੋਗੇ, ਇਹ ਤਾਂ ਜੀ ਕਈਆਂ ਦੀ ਮਰਜ਼ੀ ਆ, ਜੇ ਪਾਉਣ ਚਾਹੇ ਨਾ ਪਾਉਣ, ਨਹੀਂ ਕੁਛ ਨਾ ਕੁਛ ਤਾਂ ਕੀਤਾ ਹੋਣਾ ਜੀ। ਕੁਛ ਤਾਂ ਕੀਤਾ ਸਿਸਟਮ ਦੇ ਵਿੱਚ, ਸਿਸਟਮ ਨੇ ਕੁਛ ਨਾ ਕੁਛ ਤਾਂ ਨਾਰਾਜ਼ ਕੀਤੇ ਆ ਕਿ ਬੰਦੇ ਦਾ ਯਕੀਨ ਹੀ ਉੱਠ ਗਿਆ ਉਹਨਾਂ ਦਾ। ਇੱਕ ਯੰਗ ਬੰਦੇ ਦੀ ਉਹਨਾਂ ਨੇ ਕੋਟ ਦਿੱਤੀ ਸੀ, ਉਹ ਕਹਿੰਦਾ ਕਿ ਤੇ ਯਕੀਨ ਕਰਾਂ, ਹਰੇਕ ਹੀ ਬੰਦਾ ਝੂਠ ਬੋਲਦਾ ਹੈ ਜੀ। ਤੇ ਹੁਣ ਕਹਿੰਦਾ ਕੁਛ ਕੋ ਹੋਰ ਕਹਿੰਦੇ ਆ ਮੈਕਰੋਨ ਹੋਣੀ, ਕਹਿੰਦਾ ਜਿੱਦਣ ਇਹ ਜਿੱਤ ਗਏ ਉਦੋਂ ਕੁਛ ਹੋਰ ਕਹਿਣਾ ਇਹਨਾਂ ਨੇ। ਹਾਂਜੀ। ਮਤਲਬ ਤਾਂ ਉਹ ਕਹਿੰਦਾ ਮੈਂ ਤਾਂ ਹੀ ਨਹੀਂ ਵੋਟ ਪਾਉਂਦਾ। ਹੁਣ ਕੋਈ ਕਾਨੂੰਨ ਨਹੀਂ ਹੈ ਜਿਹੜਾ ਤੁਸੀਂ ਇਹ ਕਹੇ ਕਿ ਤੁਸੀਂ ਜੋ ਕੁਛ ਇਲੈਕਸ਼ਨ 'ਚ ਕਿਹਾ ਉਹੀ ਕੁਛ ਕਰੋ। ਹਾਂਜੀ। ਇਹ ਦੁਨੀਆ ਤੇ ਕੋਈ ਕਾਨੂੰਨ ਨਹੀਂ ਹੈ, ਆਪਣੇ ਆਪ ਤੇ ਕੋਈ ਕਾਨੂੰਨ ਨਹੀਂ ਇਹਨਾਂ ਤੇ, ਬਾਕੀਆਂ ਤੇ ਲਾਗੂ ਕਰਦੇ ਆ, ਆਪਣੇ ਆਪ ਤੇ ਕੋਈ ਕਾਨੂੰਨ ਨਹੀਂ ਕਿ ਮੈਂ ਇਹਨਾਂ ਨੂੰ ਕਿਹਾ ਆ ਆਹ ਕੰਮ ਕਰਨਾ ਆ। ਕੈਨੇਡਾ ਦੀ ਗੱਲ ਕਰ ਲੈਨੇ, 2021 ਤਾਈਂ ਅਸੀਂ ਜੀ ਉਹਨਾਂ ਨੂੰ ਕਲੀਨ ਵਾਟਰ ਦੇ ਦੇਵਾਂਗੇ। ਹਾਂਜੀ। 2021 ਲੰਘ ਗਿਆ, 2022 ਆ ਗਿਆ, ਹੁਣ ਇਹਨਾਂ ਨੇ 2025 ਲਾਤਾ ਜੀ ਜੀ। 2025 ਨੂੰ ਫੇਰ ਕਹਿ ਦੇਣਗੇ 30 ਆਇਆ, ਉਹ ਕਾਨੂੰਨ ਤਾਂ ਕੋਈ ਹੈ ਹੀ ਨਹੀਂ ਜੀ। ਬਿਲਕੁਲ, ਨਾ ਹੀ ਤਾਂ ਕੋਈ ਉਹੀ ਨਾ ਪੂਰਾ ਸਾਲ ਕਹਿ ਦਿੰਦੇ ਨੇ, ਕੋਈ ਡੇਟ ਨਹੀਂ ਫਿਕਸ ਕਰਦੇ ਵੀ ਇਸ ਸਾਲ ਦੀ ਇਸ ਤਰੀਕ ਤੱਕ ਡੈਡਲਾਈਨ। ਕੱਲ ਨੂੰ ਆਣਾ ਜੀ ਜੀ, ਕੱਲ ਨੂੰ ਤਾਂ ਆਉਣਾ ਹੀ ਨਹੀਂ, ਕੱਲ ਤਾਂ ਕਦੇ ਨਹੀਂ ਆਉਣਾ, ਕੱਲ ਨੂੰ ਆ ਗਿਆ ਤਾਂ ਕੱਲ ਨੂੰ ਫੇਰ ਆਉਣਾ। ਹਾਂਜੀ। ਪਰ ਬਹਾਨਾ ਕੋਈ ਨਾ ਕੋਈ ਕੱਢ ਦੇਣਾ ਜੀ। ਬਿਲਕੁਲ। ਬਹਾਨਾ ਵੀ ਜਿਹੜਾ ਮੇਅਰ ਆ ਉਹ ਕਹਿੰਦਾ ਵੀ ਮੈਨੂੰ ਹਲੇ ਕੋਰਟ ਨੇ ਸਾਬਤ ਨਹੀਂ ਕੀਤਾ ਕਿ ਮੈਂ ਦੋਸ਼ੀ ਹਾਂ ਜਾਂ ਨਹੀਂ। ਹਾਂਜੀ।
ਇੱਕ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ, ਫਿਰ ਕਰਾਊਨ ਨੇ ਚਾਰਜ ਲਾਏ ਆ ਜੀ। ਅੱਛਾ ਠੀਕ ਹੈ, ਕੋਰਟ ਦੇ ਵਿੱਚ ਅਸੀਂ ਸਾਡੀ ਫੇਥ ਹੀ ਆ ਜੀ ਜੀ। ਅਸੀਂ ਸਮਝਦੇ ਹਾਂ ਕਿ ਜੱਜਸ ਦਾ ਕੰਮ ਹੈ ਕਿ ਕਾਨੂੰਨ ਇਹਨੇ ਤੋੜਿਆ ਜਾਂ ਨਹੀਂ ਤੋੜਿਆ, ਦੋਸ਼ੀ ਆ ਜਾਂ ਨਹੀਂ ਦੋਸ਼ੀ। ਪਰ ਉਹਨਾਂ ਚਿਰ ਜਿੰਨਾ ਚਿਰ ਮੁਕੱਦਮਾ ਚੱਲਦਾ, ਉਹ ਕਹਿੰਦੇ ਤੁਸੀਂ ਇੱਕ ਪਾਸੇ ਬਹਿ ਜਾਓ, ਆਫਿਸ ਨਾ ਜਾਓ, ਤੇ ਉਹਨਾਂ ਚਿਰ ਤੁਸੀਂ ਮੇਅਰ ਨਹੀਂ ਜਾਂ ਕੌਂਸਲਰ ਨਹੀਂ। ਜਦੋਂ ਤੁਹਾਨੂੰ ਸਾਬਤ ਕਰਤਾ ਕਿ ਤੁਸੀਂ ਦੋਸ਼ੀ ਨਹੀਂ ਹੈ ਕੋਰਟ ਨੇ, ਫਿਰ ਮੁੜ ਕੇ ਆ ਜਾਓ ਜੀ, ਕੁਛ ਨਹੀਂ ਕਹਿੰਦੇ। ਅੱਛਾ, ਫਿਰ ਉਹ ਇਹ ਵੀ ਨਹੀਂ ਕਹਿੰਦਾ ਲਾਅ ਵੀ ਤੁਹਾਨੂੰ ਪੈਸੇ ਨਹੀਂ ਦੇਣੇ। ਜਿਹੜੇ ਕਰਮਚਾਰੀ ਵੀ ਹੁੰਦੇ ਸਰਕਾਰ ਦੇ ਵੀ, ਕਈ ਵਾਰੀ ਉਹਨਾਂ ਤੇ ਕੋਈ ਨਾ ਕੋਈ ਚਾਰਜ ਲੱਗ ਜਾਂਦਾ, ਉਹਨਾਂ ਚਿਰ ਉਹਨੂੰ ਕਿਹਾ ਜਾਂਦਾ ਵੀ ਤੁਸੀਂ ਆ ਕੇ, ਇੱਕ ਸੀਰੀਅਸ ਚਾਰਜ ਹੁੰਦਾ, ਪ੍ਰੋਫੈਸਰ ਆ ਉਹ ਤੇ ਚਾਰਜ ਲੱਗ ਜਾਵੇ ਵੀ ਇਹ ਸਟੂਡੈਂਟਸ ਨੂੰ ਇਦਾਂ ਕਰਦਾ ਹੈ। ਹਾਂਜੀ। ਉਹਨੂੰ ਫਿਰ ਡਿਪਾਰਟਮੈਂਟ ਕਹਿੰਦਾ ਕਿ ਤੂੰ ਇੱਕ ਪਾਸੇ ਬਹਿ ਜਾ, ਪਰ ਤਨਖਾਹ ਤੈਨੂੰ ਦੇਈ ਜਾਵਾਂਗੇ ਅਸੀਂ। ਜੀ। ਉਹ ਤਾਂ ਮਾੜੀ ਗੱਲ ਨਹੀਂ ਹੈ ਵੈਸੇ, ਉਹਨੂੰ ਤਨਖਾਹ ਵੀ ਮਿਲੀ ਜਾਂਦੀ ਬੈਠਾ ਚੁੱਪ ਕਰਕੇ। ਜਿਸ ਦਿਨ ਕੋਰਟ ਨੇ ਫੈਸਲਾ ਕਰ ਦਿੱਤਾ, ਉਸ ਦਿਨ ਉਹਨੂੰ ਬਹਾਲ ਕੀਤਾ ਜਾਊਗਾ। ਜੇ ਕੋਰਟ ਨੇ ਇਹ ਫੈਸਲਾ ਕਰਤਾ ਕਿ ਦੋਸ਼ੀ ਆ, ਫਿਰ ਉਹਨੂੰ ਕੱਢ ਦੇਣਗੇ। ਵੈਸੇ ਡਾਕਟਰ ਸਾਹਿਬ, ਜਿਵੇਂ ਹੁਣ ਆਪਾਂ ਮੇਅਰ ਦੀ ਉਹ ਗੱਲ ਕੀਤੀ ਸੀ, ਇਹਨਾਂ ਦੇ ਕੇਸ ਤੇ ਜਿਹੜਾ ਪੈਸਾ ਲੱਗਣਾ ਉਹ ਤਾਂ ਟੈਕਸ ਪੇਅਰਸ ਦਾ ਲੱਗਣਾ। ਜੇ ਦੇਖਿਆ ਜਾਵੇ ਤਾਂ ਜਿਹੜੀ ਇਹ ਇਨਸੀਡੈਂਟ ਹੋਈ ਸੀ ਜਿਹਦੇ ਕਰਕੇ ਉਹਨਾਂ ਤੇ ਇਹ ਚਾਰਜ ਲੱਗੇ ਸੀ, ਉਹ ਕੋਈ ਸਿਟੀ ਦਾ ਕੰਮ ਤਾਂ ਕਰ ਨਹੀਂ ਸੀ ਰਹੇ ਉਸ ਵਕਤ ਨਾ। ਤੇ ਤਾਂ ਵੀ ਤੁਸੀਂ ਦੇਖੋ ਵੀ ਜੇ ਸਿਟੀ ਦਾ ਕੰਮ ਨਹੀਂ ਕਰ ਰਹੇ ਸੀ, ਉਹ ਆਪਣੀ ਜੌਬ ਤੇ ਨਹੀਂ ਸੀ, ਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਜਿਹੜਾ ਵਕੀਲ ਦਾ ਖਰਚਾ ਉਹ ਟੈਕਸ ਪੇਅਰਸ ਉਠਾਉਣਗੇ। ਇਹ ਦੇਖੋ, ਇਹ ਚ ਦੋ ਰਾਮਾਂ ਨੇ। ਇੱਕ ਤਾਂ ਹੈਗੀ ਆ ਕਿ ਇਹਨਾਂ ਜਿਹੜਾ ਕੇਸ ਹੈ ਇਹਨਾਂ ਦਾ, ਇਹਨਾਂ ਨੰਗਾ ਚਿੱਟਾ ਝੂਠ ਆ ਉਹ। ਹਾਂਜੀ। ਕੀ ਇਹ ਜੌਬ ਦਾ ਹਿੱਸਾ ਆ? ਕੀ ਜਦੋਂ ਤੁਸੀਂ ਇਲੈਕਟ ਕੀਤਾ ਸੀ ਮੇਅਰ ਨੂੰ, ਤੁਸੀਂ ਇਹ ਵੀ ਕਹਿੰਦੇ ਸੀ ਕਿ ਝੂਠੀਆਂ ਗੱਲਾਂ ਕਰੀ ਜਾਈਂ ਤੇ ਲੋਕਾਂ ਤੇ ਉਹਦਾ ਦੰਡ ਮਾਪ? ਵੈਸੇ ਅਸੀਂ ਕਹਿੰਦੇ ਕਿ ਜੇ ਆਫਿਸ ਦੇ ਵਿੱਚ ਤੁਹਾਨੂੰ ਕੁਝ ਹੋ ਜਾਵੇ, ਆਫਿਸ ਦਾ ਕੰਮ ਕਰਦਿਆਂ ਤੇ ਕੁਝ ਕਰਦੇ ਆ, ਹਾਂਜੀ, ਅਸੀਂ ਬੋਲਦੇ ਆ, ਕੋਈ ਬੋਲਦੇ ਆ, ਅਸੀਂ ਕਹਿ ਦਿੰਦੇ ਕੁਝ, ਤੇ ਉਹਦੀ ਜ਼ਿੰਮੇਵਾਰੀ ਉਹ ਸੰਸਥਾ ਦੀ ਆ ਜੀ ਕਿ ਉਹਨੂੰ ਡਿਫੈਂਡ ਕਰਦੀ ਹੈ। ਹਾਂਜੀ। ਪਰ ਉਹਦਾ ਵੀ ਮਰਜ਼ੀ, ਉਹਦੀ ਵੀ ਥੋੜੀ ਰਿਸਪੌਂਸਿਬਿਲਿਟੀ ਤਾਂ ਹੈ ਨਾ ਬੰਦੇ ਦੀ, ਵੀ ਸ਼ਰਾਬ ਪੀ ਕੇ ਰੋਜ਼ ਦੁਕਾਨਾਂ ਨੂੰ ਗਾਲਾਂ ਨਾ ਕੱਢਣ ਜਾਵੇ ਲੋਕਾਂ ਨੂੰ ਜੀ। ਉਹਨਾਂ ਦੀ ਤਾਂ ਵੀ ਜ਼ਿੰਮੇਵਾਰੀ ਬਣਦੀ ਨਾ। ਹਾਂਜੀ। ਇਹਨਾਂ ਨੇ ਬਹਾਨਾ ਇਹ ਲਾਇਆ ਵੀ ਮੈਂ ਮੇਅਰ ਆ, ਮੈਂ ਜੋ ਮਰਜ਼ੀ ਕਰਾਂ। ਜੋ ਮਰਜ਼ੀ ਨਹੀਂ ਕਰੋ, ਤੁਹਾਨੂੰ ਕੋਈ ਮੇਅਰ ਦੀਆਂ ਉਹਨਾਂ ਨੇ ਕੰਡੀਸ਼ਨਸ ਲਾਈਆਂ, ਮੇਅਰ ਦਾ ਆਹ ਕੰਮ ਆ। ਵੈਸੇ ਮੇਅਰ ਬਹੁਤ ਜ਼ਿੰਮੇਵਾਰ ਹੁੰਦਾ ਬੰਦਾ, ਜਿਹੜਾ ਤੁਸੀਂ ਸੋਚ ਕੇ ਦੇਖੋ ਕਿੰਨੇ ਲੋਕਾਂ ਨੇ ਉਹਨਾਂ ਨੂੰ ਇਲੈਕਟ ਕੀਤਾ ਹੈ ਨਾ। ਹੁਣ ਜਿਵੇਂ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਲੋਕ ਵੋਟ ਪਾਉਣ ਨਹੀਂ ਜਾਂਦੇ, ਹੁਣ ਜੇ ਇਹੋ ਜਿਹੀਆਂ ਇਨਸੀਡੈਂਟਸ ਸਾਹਮਣੇ ਆਉਣਗੇ, ਤੁਸੀਂ ਮੈਨੂੰ ਆਪੇ ਦੱਸੋ ਵੀ ਲੋਕਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਸਿਸਟਮ ਦੇ ਵਿੱਚ, ਕਿਉਂ ਜਾਣਗੇ ਉਹ ਵੋਟ ਪਾਉਣ ਦੇ ਲਈ? ਜਿਹੜੇ ਐਕਚੁਅਲੀ ਪੋਲੀਟੀਸ਼ੀਅਨ ਹੈ ਨਾ, ਇਹਨਾਂ ਦੀ ਵੈਸੇ ਮਨ ਦੇ ਵਿੱਚ ਹੁੰਦਾ ਵੀ ਲੋਕੀ ਘੱਟ ਤੋਂ ਘੱਟ ਹੋਣ। ਜਿਹੜੇ ਬੈਠੇ ਆ, ਹੁਣ MLAs ਬੈਠੇ ਆ, ਪਿਛਲੀ ਵਾਰੀ 55% ਤੋਂ ਘੱਟ ਵੋਟ ਪਈ ਆ। ਮਤਲਬ 45% ਜਿਹੜੇ ਇੱਥੇ ਦੇ BC ਦੇ ਵਾਸੀ ਆ, ਉਹਨਾਂ ਨੇ ਇਹਨਾਂ ਨੂੰ ਵੋਟ ਹੀ ਨਹੀਂ ਪਾਈ। ਅੱਛਾ, ਫੇਰ ਇਹ ਕਹਿੰਦੇ ਸਾਡੀ ਮੈਜੋਰਟੀ ਬਣ ਗਈ ਹੈ। ਉਹਦੇ ਵਿੱਚੋਂ ਅੱਧੇ ਲਾ ਲਓ ਤੁਸੀਂ, 55 ਚੋਂ 27-28%, 30% ਲਾ ਲਓ। ਸੋ 70% ਬ੍ਰਿਟਿਸ਼ ਕੋਲੰਬੀਅਨਸ ਨੇ NDP ਦੀ ਸਰਕਾਰ ਨੂੰ ਵੋਟ ਨਹੀਂ ਪਾਈ। ਕਿਹੜੀ ਮੈਜੋਰਟੀ ਹੈ? ਇਹਨਾਂ ਦਾ ਹਿਸਾਬ ਕਿਤਾਬ ਕੋਈ ਹੋ ਰਿਹਾ? ਜਿਹੜਾ ਹਿਸਾਬ ਆ, ਏਦਾਂ ਹੀ ਜਸਟਿਨ ਟਰੂਡੋ ਦੀ ਗੱਲ ਹੈ, ਉੱਥੇ 60% ਲੋਕੀ, 60% ਤੋਂ ਘੱਟ ਵੋਟਾਂ ਪਈਆਂ। ਹਾਂਜੀ। ਉਹਦੇ ਵਿੱਚੋਂ ਉਹਨਾਂ ਨੂੰ ਮਿਲੀ ਕੋਈ 32% ਜੀ। 60% ਦੇ ਵਿੱਚੋਂ 1/3 ਹੋ ਗਏ ਜੀ ਜੀ, 20% ਰਹਿ ਗਏ। 80% ਕੈਨੇਡੀਅਨਸ ਨੇ ਉਹਨਾਂ ਦੀ ਵੋਟ ਨਹੀਂ ਪਾਈ। ਤੇ ਥੈਂਕਸ ਟੂ ਜਗਮੀਤ ਸਿੰਘ, ਉਹਨਾਂ ਨੂੰ ਮੈਜੋਰਟੀ ਦਿੱਤੀ ਉਹਨਾਂ ਨੇ। ਹਾਂਜੀ। ਇਹਦੇ ਵਿੱਚ ਤਾਂ ਕੋਈ ਡੈਮੋਕ੍ਰੇਸੀ ਨਹੀਂ। ਆਪਣੀ ਜੌਬ ਸਿਕਿਉਰ ਕਰਨ ਲਈ ਉਹਨਾਂ ਨੂੰ ਮੈਜੋਰਟੀ ਦਿੱਤੀ। ਹੁਣ ਤਾਂ ਐਗਰੀਮੈਂਟ ਵੀ ਕਰ ਲਿਆ ਨਾ 2025 ਤੱਕ। ਹੁਣ ਇਹ ਜਿਹੜੀਆਂ ਇਖਲਾਕੀ ਗੱਲਾਂ ਹੋਣੀਆਂ ਚਾਹੀਦੀਆਂ ਨੇ, ਜਿਹੜਾ ਤੁਹਾਨੂੰ ਆਪਣੇ ਆਪ ਸੈਲਫ ਰੈਗੂਲੇਸ਼ਨ ਹੋਣਾ ਚਾਹੀਦਾ, ਉਹ ਹੈ ਨਹੀਂ। ਹਾਂਜੀ। ਇਸੇ ਕਰਕੇ ਜਿੱਦਾਂ BC ਦਾ ਜਿਹੜਾ ਹੁਣ ਦਾ ਕਾਨੂੰਨ ਹੈ, ਉਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ
ਕਿ ਇਹਨਾਂ ਲੋਕਾਂ ਨੇ ਸੋਚ ਲਿਆ ਪ੍ਰੋਵਿੰਸ਼ੀਅਲ ਲੈਵਲ ਤੇ ਕਿ ਸਾਡੇ ਕੋਲ ਇੱਥੇ BC ਦੇ ਵਿੱਚ ਕੋਈ 2000 ਤੋਂ ਵੱਧ ਇਲੈਕਟਡ ਅਫੀਸ਼ੀਅਲ ਹੈ, 90,000 ਤੋਂ ਵੱਧ ਲੋਕੀ ਕੰਮ ਕਰਦੇ ਇਹਨਾਂ ਲਈ, ਤੇ ਲੋਕੀ ਸਾਰੇ ਟੈਕਸਸ ਦਿੰਦੇ ਆ, ਪ੍ਰਾਪਰਟੀ ਟੈਕਸ ਦਿੰਦੇ ਆ, ਬਾਈ ਲਾਜ਼ ਦੇ ਹੋਰ ਟੈਕਸ ਆ, ਤੇ ਉਹਦੇ ਵਿੱਚ ਬਿਲੀਅਨਸ ਆਫ ਡਾਲਰਸ ਦੇ ਇਹਨਾਂ ਦੇ ਕੋਲ ਆ। ਜੋ ਕੁਝ ਕਰਨ ਨੂੰ ਇਹਨਾਂ ਨੂੰ ਕਿਹਾ ਹੈ ਉਹ ਕੰਮ ਕਰਦੇ ਨਹੀਂ। ਉਹਦੇ ਲਈ ਤਾਂ ਧਮਕੀਆਂ ਦਿੰਦੇ ਵਿਕਟੋਰੀਆ ਵਾਲੇ, ਕਹਿੰਦੇ ਕਿ ਤੁਸੀਂ ਪਰਮਿਟ ਜੇ ਨਹੀਂ ਟਾਈਮ ਸਿਰ ਇਸ਼ੂ ਕਰਦੇ ਤਾਂ ਅਸੀਂ ਉਹ ਖੋਹ ਲੈਣਾ ਤੁਹਾਡੇ ਤੋਂ ਹੱਕ। ਹਾਂਜੀ, ਜਿਹੜਾ ਕੰਮ ਇਹਨਾਂ ਨੂੰ ਕਿਹਾ ਆ ਕੰਮ ਮੇਅਰ ਡਗ ਮਕੈਲਮ ਨੂੰ ਇਹ ਤਾਂ ਨਹੀਂ ਕਿਹਾ ਵੀ ਝੂਠ ਬੋਲਣਾ ਹੈ ਜੀ। ਇਹਨਾਂ ਨੇ ਤਾਂ ਇਹਨਾਂ ਦਾ ਕੰਮ ਤਾਂ ਐਗਜ਼ੈਕਟਿਵ ਹੈਡ ਆ। ਹਾਂਜੀ, ਉਹ ਹੋਰ ਜਿਹੜੇ ਕੰਮ ਕਰਨੇ ਆ ਉਹ ਕਰੋ ਤੁਸੀਂ, ਜਿਹਦੇ ਲਈ ਚੁਣਿਆ ਆ, ਜਿਹਦੇ ਲਈ ਐਕਚੁਅਲੀ ਆਫਿਸ ਆ ਇਹ। ਆਹ ਕੰਮ ਲਈ ਨਹੀਂ ਚੁਣਿਆ ਕਿ ਲੋਕਾਂ ਦੇ ਪੈਸੇ ਜਿਹੜੇ ਜਾਇਆ ਕਰੋ ਏਦਾਂ ਦੇ ਝੂਠੇ ਮੁਕੱਦਮੇ ਲਾ ਕੇ ਜੀ। ਬਹਾਨੇ ਬਣਾਉਣੇ ਆ, ਕਿਸੇ ਤਰ੍ਹਾਂ ਦੇ ਬਹਾਨੇ ਬਣ ਕਹਿੰਦੇ ਹੁੰਦੇ ਆ। ਬਹਾਨਾ ਬਣਾਉਣਾ ਸੀ ਕਿਸੇ ਨੇ, ਕੋਈ ਕੋਠੇ ਤੇ ਕਿਸੇ ਆਪਣੇ ਹੁੰਦੇ ਨੇ ਤਾਰਾਂ ਪਾਈਆਂ ਆ, ਲੋਕਾਂ ਨੇ ਰੱਸੀਆਂ ਪਾਈਆਂ ਹੁੰਦੀਆਂ ਕੱਪੜੇ ਸੁਕਾਉਣ ਲਈ। ਹਾਂਜੀ ਹਾਂਜੀ, ਕਿਸੇ ਨੇ ਚੁਬਾਰੇ ਤੇ ਰੱਸੀ ਪਾਈ ਤਾਂ ਉਹਨਾਂ ਦੇ ਗੁਆਂਢੀ ਦੀ ਰੱਸੀ ਟੁੱਟ ਗਈ ਕਿਤੇ, ਉਹਨੇ ਸੋਚਿਆ ਵੀ ਚੱਲ ਗੁਆਂਢਣ ਨੇ ਵੀ ਇਹਨਾਂ ਦੇ ਰੱਸੀ ਮੰਗ ਲੈਂਦੇ ਆ, ਇਹਨਾਂ ਦੇ ਕੱਪੜੇ ਤਾਂ ਮੈਨੂੰ ਪਾਏ ਨਹੀਂ ਦਿਸਦੇ ਹਾਲੇ, ਸਾਡੇ ਕੱਪੜੇ ਸੁੱਕ ਜਾਣਗੇ, ਇਹਨਾਂ ਦੇ ਮੋੜ ਦੇਵਾਂਗੇ, ਸ਼ਾਮ ਨੂੰ ਜਾ ਕੇ ਲੈ ਆਵਾਂਗੇ ਜੀ। ਉਹ ਪੁੱਛਦੀ ਆ, ਭੈਣ ਤੁਹਾਡੇ ਰੱਸੀ ਪਾਈ ਆ, ਇਹ ਸਾਡੀ ਰੱਸੀ ਟੁੱਟ ਗਈ ਆ, ਤਾਂ ਤੁਸੀਂ ਸਾਨੂੰ ਰੱਸੀ ਦੇ ਦੋਗੇ, ਥੋੜਾ ਚਿਰ ਕੱਪੜੇ ਸੁਕਾਉਣੇ ਆ। ਉਹ ਕਹਿੰਦੀ ਸਾਡੇ ਤਾਂ ਆਟਾ ਡੁੱਲ ਗਿਆ ਤਾਂ ਅਸੀਂ ਰੱਸੀ ਨਾਲ ਇਕੱਠਾ ਕਰਨਾ। ਉਹ ਕਹਿੰਦੀ, ਉਹ ਹੈਰਾਨ ਰਹੀ, ਕਹਿੰਦੀ ਭੈਣ ਰੱਸੀ ਆਟਾ ਇਕੱਠਾ ਕਰਨ ਦੇ ਤਾਂ ਕੰਮ ਨਹੀਂ ਆਉਂਦੀ ਹੁੰਦੀ। ਹਾਂਜੀ, ਉਹ ਕਹਿੰਦੀ ਬਹਾਨਾ ਲਾਉਣ ਦੇ ਤਾਂ ਕੰਮ ਆਈ ਹੈ ਨਾ। ਬਿਲਕੁਲ ਸਹੀ। ਸੋ ਬਹਾਨਾ ਕੋਈ ਨਾ ਕੋਈ ਕਰ ਦੇਣਾ ਆਪਣਾ ਜੀ। ਉਹ ਇਹਨਾਂ ਦੇ ਰੈਗੂਲੇਸ਼ਨ ਦੇ ਵਿੱਚ ਹੋਵੇ ਚਾਹੇ ਨਾ ਹੋਵੇ। ਇਸ ਕਾਨੂੰਨ ਦੇ ਵਿੱਚ ਹੁਣ ਸਿਰਫ ਤੇ ਸਿਰਫ ਇਹ ਕਿਹਾ ਇੰਡਾਈਟੇਬਲ ਅਫੈਂਸ, ਸਮਰੀ ਕਨਵਿਕਸ਼ਨ ਦੇ ਵਿੱਚ ਵੀ ਸੀਰੀਅਸ ਚਾਰਜ ਲੱਗ ਜਾਂਦੇ ਆ। ਕੋਈ ਬੰਦਾ ਸ਼ਰਾਬ ਪੀ ਕੇ ਜਾ ਕੇ ਪੀਸ ਡਿਸਟਰਬ ਕਰਦਾ ਹੈ, ਜਿੱਦਾਂ ਸੋਚੋ ਕਿ ਡਗ ਮਕੈਲਮ ਬੋਤਲ ਪੀ ਕੇ ਕਿੰਗ ਜੌਰਜ ਤੇ ਲੋਕਾਂ ਨੂੰ ਗਾਲਾਂ ਕੱਢਦਾ ਫਿਰੇ, ਉਹ ਵੀ ਤਾਂ ਮਾੜੀ ਗੱਲ ਹੈ ਨਾ। ਹਾਂਜੀ ਬਿਲਕੁਲ, ਉਹ ਸਮਰੀ ਕਨਵਿਕਸ਼ਨ ਆ ਜੀ ਜੀ ਜੀ। ਵੈਸੇ ਉਹ ਵੀ ਇੰਡਾਈਟੇਬਲ ਕ੍ਰਾਈਮ ਤਾਂ ਹੈ ਨਹੀਂਗਾ ਜੀ, ਪਰ ਇਖਲਾਕ ਤਾਂ ਇਹੀ ਕਹਿੰਦਾ ਵੀ ਤੂੰ ਰਿਜ਼ਾਈਨ ਕਰ। ਹਾਂਜੀ ਬਿਲਕੁਲ, ਪਰ ਉਹਨਾਂ ਦੀ ਗੱਲ ਇਹ ਫੜੀ ਆ ਡਗ ਮਕੈਲਮ ਨੇ ਕਿ ਮੈਨੂੰ ਤਾਂ ਕੋਈ ਫਰਕ ਨਹੀਂ ਸੀ, ਇਹਨਾਂ ਦੀ ਗਦੀ ਮਾੜੀ ਆ। ਹਾਂਜੀ ਬਿਲਕੁਲ ਸਹੀ ਕਿਹਾ। ਮੈਂ ਤਾਂ ਇੱਕ ਗੇੜਾ ਹੋਰ ਦੇਣ ਨੂੰ ਤਿਆਰ ਸੀ ਸਰੀ ਦਾ। ਡਾਕਟਰ ਸਾਹਿਬ, ਚੈਂਬਰ ਆਫ ਕਾਮਰਸ ਨੇ ਇੱਕ ਰਿਪੋਰਟ ਦਿੱਤੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਆਟਲ, ਬੈਲੇਵਿਊ ਤੇ US ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਫਿਜ਼ੀਕਲ ਐਕਟਿਵ ਸਿਟੀਜ਼ ਵੱਲੋਂ ਇਹਨਾਂ ਨੂੰ ਮੰਨਿਆ ਉਹਨਾਂ ਨੇ, ਰਿਪੋਰਟ ਦੇ ਵਿੱਚ ਜੋ ਸਾਹਮਣੇ ਗੱਲ ਆਈ ਆ। ਸਿਆਟਲ ਬਾਰੇ ਜਿੰਨੀਆਂ ਵੀ ਰਿਪੋਰਟਸ ਆਉਂਦੀਆਂ ਆ ਬਾਈ ਕੰਪੈਰੀਜ਼ਨ ਜੀ US ਦੇ ਬਾਕੀ ਸਿਟੀਜ਼ ਦੇ ਹਿਸਾਬ ਨਾਲ ਇਹ ਇੱਕ ਵਧੀਆ ਸਿਟੀ ਮੰਨੀ ਗਈ ਹੈ। ਪੜ੍ਹਾਈ ਲਿਖਾਈ ਦੇ ਤੌਰ ਤੇ ਇੱਥੇ ਵਧੀਆ ਕੰਪਨੀਜ਼ ਨੇ। ਹੁਣ ਇਹਨਾਂ ਨੇ ਇਹ ਕਿਹਾ ਕਿ ਫਿਜ਼ੀਕਲੀ ਐਕਟਿਵ ਲੋਕ ਜ਼ਿਆਦਾ ਆਏ ਨੇ। ਹਾਂਜੀ, ਹੁਣ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਅੱਗੇ ਵਾਂਗੂ ਤਾਂ ਹੈ ਹੀ ਨਹੀਂ ਕਿ ਇੱਕ 70ਵਿਆਂ ਦੇ ਵਿੱਚ ਇੱਕ ਰੁਝਾਨ ਹੁੰਦਾ ਸੀ ਕਿ ਡੌਲੇ ਇਹਦੇ 24 ਇੰਚ ਹੋਣੇ ਚਾਹੀਦੇ ਆ, ਆਹ ਹੋਣਾ ਚਾਹੀਦਾ। ਹੁਣ ਤਾਂ ਉਹ ਕਹਿੰਦੇ ਕਿ ਤੁਸੀਂ ਅੱਧਾ ਘੰਟਾ ਤੁਰ ਲਿਆ ਕਰੋ। ਹਾਂਜੀ, ਹੁਣ ਰੀਅਲਾਈਜ਼ ਕਰਤਾ ਕਿ ਤੁਰਨ ਨਾਲ ਹੀ ਬੰਦਾ ਠੀਕ ਹੋ ਜਾਂਦਾ ਜੀ। ਤੇ ਉੱਥੇ ਤੁਸੀਂ ਦੇਖੋ ਵੀ ਤੁਰੇ ਹੀ ਫਿਰਦੇ ਆ। ਖਾਸ ਤੌਰ ਤੇ ਮੈਂ ਦੇਖਿਆ ਕਿ ਰੈਡਮੰਡ ਦੇ ਏਰੀਏ ਦੇ ਵਿੱਚ ਜਿੱਥੇ ਮਾਈਕਰੋਸਾਫਟ ਹੈ, ਉੱਥੇ ਇੰਨੇ ਲੋਕ ਬਾਈਕ ਕਰਦੇ ਆ ਨਾ, ਖੱਬੇ ਸੱਜੇ ਦੇਖੋ ਤਾਂ ਬਾਈਕ ਤੇ ਤੁਰੇ ਫਿਰਦੇ ਆ। ਤੇ ਉਹ ਬਾਈਕ ਕਰਨਾ ਇੱਕ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਇੰਡੀਆ ਦੇ ਵਿੱਚ। ਅਸੀਂ ਵੀ ਸਾਈਕਲ ਚਲਾਉਂਦੇ ਹੁੰਦੇ ਸੀ ਵੀ ਇਹ ਵੀ ਐਕਸਰਸਾਈਜ਼ ਹੈ, ਪਰ ਇਹ ਸਭ ਤੋਂ ਵਧੀਆ ਐਕਸਰਸਾਈਜ਼ ਹੈ ਵੈਸੇ ਬਾਈਕਿੰਗ ਦੀ। ਸਭ ਤੋਂ ਵਧੀਆ ਐਕਸਰਸਾਈਜ਼ ਹੈ। ਹਾਂਜੀ, ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਵੀ ਆ, ਇੱਕ ਤਾਂ ਉਹ ਤੁਹਾਡੀ ਟਰਾਂਸਪੋਰਟ ਹੋ ਜਾਂਦੀ ਹੈ, এনवायरमेंटली ਫ੍ਰੈਂਡਲੀ ਜਿਹਨੂੰ ਕਹਿੰਦੇ ਆ। ਹਾਂਜੀ, ਤਾਂ ਦੂਸਰਾ ਤੁਹਾਡੀ ਐਕਸਰਸਾਈਜ਼ ਹੋ ਜਾਂਦੀ ਹੈ ਜੀ। ਨਾਲੇ ਕਹਿੰਦੇ ਹੁੰਦੇ ਮੂੰਜ ਬਗੜ ਦਾ ਮੇਲਾ, ਨਾਲੇ ਦਰਸ਼ਨ ਦੇਵੀ ਦੇ, ਨਾਲੇ ਪੁੰਨ ਤੇ ਨਾਲੇ ਫਲੀਆਂ, ਨਾਲੇ ਪੁੰਨ ਤੇ ਨਾਲੇ ਫਲੀਆਂ। ਸੋ ਸਿਆਟਲ ਵਾਲੇ ਲੋਕੀ, ਮੇਰਾ ਖਿਆਲ ਸਾਡੀ ਕਮਿਊਨਿਟੀ ਨੂੰ ਵੀ ਇਦਾਂ ਕਰਨਾ ਚਾਹੀਦਾ ਜਾਂ ਕਰਦੇ ਹੋਣੇ ਆ, ਕਿਉਂਕਿ ਮੈਜੋਰਿਟੀ ਉਹਨਾਂ ਨੇ ਕਿਹਾ ਕਿ
ਜਿਹੜੀਆਂ ਫਿਟਿੰਗ ਐਕਸਰਸਾਈਜ਼ ਆ ਉਹਨਾਂ ਨੂੰ ਕਰਦੇ ਆ, ਹਾਂਜੀ, ਤੁਰਦੇ ਜ਼ਰੂਰ ਆ ਉੱਥੇ ਜੀ, ਤੇ ਇਹ ਸਿਐਟਲ ਲਈ ਚੰਗੀ ਚੀਜ਼ ਹੈ। ਇਹ ਸਿਐਟਲ ਲਈ ਅਟਰੈਕਸ਼ਨ ਹੈ ਕਿ ਇਹਨਾਂ ਦੇ ਕੋਲ ਚੰਗੀਆਂ ਪਾਰਕਸ ਹੋਣੀਆਂ, ਚੰਗੇ ਲੋਕੀ ਤੁਰੇ ਫਿਰਦੇ ਆ, ਮਤਲਬ ਬਿਨਾਂ ਡਰ ਦੇ ਲੋਕੀ ਤੁਰੇ ਫਿਰਦੇ ਆ। ਕਈਆਂ ਸਿਟੀਜ਼ ਦੇ ਵਿੱਚ ਤਾਂ ਸ਼ਿਕਾਗੋ ਦੇ ਵਿੱਚ ਮੈਂ ਇੱਕ ਹੋਟਲ 'ਚ ਠਹਿਰਿਆ ਸੀ, ਉੱਥੇ ਮੈਂ ਬੰਦੇ ਨੂੰ ਪੁੱਛਿਆ ਥੱਲੇ ਡੈਸਕ ਤੇ, ਮੈਂ ਕਿਹਾ ਇੱਥੇ ਆਲੇ ਦੁਆਲੇ ਤੁਰਨ ਨੂੰ ਕਿਹੜੀ ਜਗ੍ਹਾ ਹੈ? ਕਹਿੰਦਾ ਨਾ ਹੀ ਜਾਈ ਬਾਹਰ, ਚੰਗਾ ਆ, ਇੱਥੇ ਗੋਲੀ ਬਹੁਤ ਚੱਲਦੀ। ਮੈਂ ਕਿਹਾ ਵੀ ਸਿਹਤ ਤਾਂ ਠੀਕ ਰੱਖਣੀ ਹੈ ਪਰ ਗੋਲੀ ਨਹੀਂ ਖਾਣੀ। ਹਾਂਜੀ, ਤੋ ਇਹ ਇਦੋਂ ਬੈਟਰ ਆ ਵੀ ਇੱਥੇ ਅੰਦਰ ਹੀ ਤੁਹਾਡੇ ਹੋਣਾ ਕੋਈ ਐਕਸਰਸਾਈਜ਼ ਰੂਮ। ਉਹ ਕਹਿੰਦਾ ਸਾਡੇ ਐਕਸਰਸਾਈਜ਼ ਰੂਮ ਤਾਂ ਹੈਗਾ। ਠੀਕ ਆ। ਤਾਂ ਉੱਥੇ ਤੁਸੀਂ ਟ੍ਰੈਡਮਿਲ ਤੇ ਜਾ ਕੇ ਕਰ ਲੈਂਦੇ ਆ, ਪਰ ਜਿਹੜੀ ਬਾਹਰ ਵਾਲੀ ਗੱਲ ਹੈ ਤੁਰਨ ਦੀ, ਉਹ ਟ੍ਰੈਡਮਿਲ ਤੇ ਨਹੀਂ ਮਿਲਦੀ ਨਾ। ਨਹੀਂ, ਬਾਹਰ ਦੇਖੋ ਜਦੋਂ ਆਪਾਂ ਜਾਂਦੇ ਆ ਨਾ ਵਾਕ ਕਰਨ ਲਈ, ਚਾਹੇ ਆਪਾਂ ਬਾਈਕਿੰਗ ਦੇ ਲਈ ਵੀ ਜਾਂਦੇ ਆ, ਇੱਕ ਤਾਂ ਫਰੈਸ਼ ਏਅਰ ਹੁੰਦੀ ਆ ਜੀ, ਤੇ ਦੂਸਰਾ ਨਾ ਇੱਕ ਐਕਸਰਸਾਈਜ਼ ਵੀ ਨਾਲ ਹੁੰਦੀ ਆ। ਸਾਡਾ ਜਿਹੜਾ ਮਾਈਂਡ ਆ ਬਹੁਤ ਰਿਲੈਕਸ ਹੋ ਜਾਂਦਾ ਬਾਹਰ ਜਾ ਕੇ ਜਦੋਂ ਅਸੀਂ ਵਾਕ ਕਰਦੇ ਆ ਜਾਂ ਆਪਾਂ ਬਾਈਕਿੰਗ ਕਰਦੇ ਹੈਗੇ ਆ, ਜਿਹੜੀਆਂ ਆਊਟਡੋਰ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਮਾਈਂਡ ਦੀ ਐਕਸਰਸਾਈਜ਼ ਹੁੰਦੀ ਹੈ। ਹਾਂਜੀ, ਤੁਸੀਂ ਕਦੇ ਆਹ ਚੀਜ਼ ਦੇਖਦੇ, ਕਦੇ ਉਹ ਚੀਜ਼ ਦੇਖਦੇ, ਜਿਹੜੀ ਕਿ ਇੱਕ ਜਗ੍ਹਾ ਤੇ ਟ੍ਰੈਡਮਿਲ ਤੇ ਤੁਸੀਂ ਕੀ ਦੇਖਦੇ ਆ, ਟੀਵੀ ਦੇਖ ਸਕਦੇ ਆ ਵੱਧ ਤੋਂ ਵੱਧ। ਜੀ, ਬਾਡੀ ਐਂਡ ਮਾਈਂਡ ਦੀ ਐਕਸਰਸਾਈਜ਼ ਤਾਂ ਆਊਟਡੋਰ ਜਾ ਕੇ ਹੋਣੀ ਆ। ਆਊਟਡੋਰ ਹੀ ਹੈ। ਡਾਕਟਰ ਸਾਹਿਬ, ਵੈਸੇ ਵੀ ਤੁਸੀਂ ਕਦੀ ਆਏ ਸੁਣਿਆ ਵੀ ਕੋਈ ਨਾ ਰੋਮਾਂਟਿਕ ਨਾਵਲ ਲਿਖਣ ਵਾਲਾ ਹੋਵੇ ਤੇ ਉਹ ਫਿਰ ਮਰਡਰ ਵੀ ਕਰ ਦੇਵੇ, ਜਿਵੇਂ ਹੀਰ ਰਾਂਝੇ ਦੀਆਂ ਗੱਲਾਂ ਸੁਣਾਉਣ ਵਾਲਾ ਇਨਸਾਨ, ਹੀਰ ਰਾਂਝੇ ਦੀਆਂ ਗੱਲਾਂ ਕਰਨ ਵਾਲਾ ਇਨਸਾਨ ਕਾਤਲ ਵੀ ਹੋ ਸਕਦਾ? ਵੈਸੇ ਨਾ ਇੱਕ ਨਿਊਜ਼ ਆਈ ਆ, ਹਾਊ ਟੂ ਮਰਡਰ ਯੋਰ ਹਸਬੈਂਡ ਦੀ ਰਾਈਟਰ ਆ ਜਿਹੜੀ, ਉਹ ਰੋਮਾਂਸ ਵਾਲੇ ਜਿਹੜੇ ਨਾਵਲਸ ਆ ਉਹ ਲਿਖਦੀ ਆ ਤੇ ਉਹਨੇ ਆਪਣੇ ਹੀ ਪਤੀ ਦਾ ਕਤਲ ਕਰਤਾ ਸੀ। ਇਹ ਵਾਸ਼ਿੰਗਟਨ ਸਟੇਟ ਦੇ ਨਾਲ ਹੀ ਔਰਗਨ ਸਟੇਟ ਹੈ, ਔਰਗਨ ਦੀ ਰਹਿਣ ਵਾਲੀ ਹੈ, ਕਾਫੀ ਮਸ਼ਹੂਰ ਰਾਈਟਰ ਹੈ, ਰੋਮਾਂਸ ਦੇ ਨਾਵਲ ਲਿਖਦੀ ਹੈ, ਲਵ ਦੇ ਨਾਵਲ ਲਿਖਦੀ ਹੈ, ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਹੈ, ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਹੈ। ਅਸੀਂ ਬਹੁਤੀ ਵਾਰੀ ਸੋਚ ਲੈਂਦੇ ਹਾਂ ਕਿ ਕਈ ਵਾਰ ਜਿਹੜਾ ਕੋਈ ਇਨਸਾਨ ਇਖਲਾਕ ਦੀਆਂ ਗੱਲਾਂ ਬਾਰੇ ਲਿਖਦਾ ਆ, ਹੋ ਸਕਦਾ ਕਰੁੱਕ ਹੋਵੇ, ਉਹ ਸਾਡੇ ਲਈ ਮਨ ਦੇ ਵਿੱਚ ਇੱਕ ਇਮੇਜ ਬਣ ਜਾਂਦਾ। ਹਾਂਜੀ, ਅਸੀਂ ਕਹਿੰਦੇ ਕਿ ਰੋਮਾਂਸ ਦੀ ਲਿਖਦੀ ਆ ਤੇ ਲੋਕਾਂ ਨੂੰ ਫੁੱਲ ਹੀ ਵੰਡਦੀ ਫਿਰਦੀ ਹੋਣੀ ਹੈ। ਹਾਂਜੀ, ਬਿਲਕੁਲ। ਆਪਾਂ ਉਹੀ ਸੋਚਦੇ ਆ ਨਾ, ਜਿਹੜਾ ਕੁਝ ਸਾਡੇ ਦਿਮਾਗ ਦੇ ਵਿੱਚ ਆ। ਦੇਖੋ ਹੁਣ ਇੱਕ ਬੰਦਾ ਰੋਮਾਂਟਿਕ ਗੱਲਾਂ ਕਰਦਾ ਜਾਂ ਫਿਰ ਉਹ ਰੋਮਾਂਟਿਕ ਗੱਲਾਂ ਲਿਖ ਰਿਹਾ, ਉਸ ਇਨਸਾਨ ਕੋਲੋਂ ਕਤਲ ਕਰਨ ਦੀ ਉਮੀਦ ਤਾਂ ਨਹੀਂ ਕੋਈ ਵੀ ਕਰ ਸਕਦਾ। ਉਹਨੇ ਆਪਣੇ ਹਸਬੈਂਡ ਨੂੰ ਮਾਰ ਦਿੱਤਾ, ਆਪਣੇ ਹਸਬੈਂਡ ਨੂੰ ਮਾਰ ਦਿੱਤਾ, ਉਹੀ ਗੱਲ ਤੇ ਉਹਨੇ ਉਹ ਲਿਖਿਆ ਵੀ। ਉਸ ਹਸਬੈਂਡ ਬਾਰੇ ਉਹ ਲਿਖਦੀ ਹੁੰਦੀ ਸੀ, ਉਹ ਕਲਨਰੀ ਆਰਟ ਮਤਲਬ ਕੁਕਿੰਗ ਦੇ ਐਕਸਪਰਟ ਹੈ, ਸ਼ੈਫ ਹੁੰਦਾ ਸੀ ਉਹ। ਹਾਂਜੀ, ਉਹਨੇ ਕੋਈ ਚੀਜ਼ ਬਣਾਉਣੀ ਉਹਦੇ ਲਈ ਤਾਂ ਉਹਨੇ ਕਹਿਣਾ ਹਸਬੈਂਡ ਹੋਵੇ ਤਾਂ ਇਦਾਂ ਦਾ ਹੋਵੇ। ਤਾਂ ਹੁਣ ਪਤਾ ਨਹੀਂ ਉਹ 'ਚ ਕੀ ਹੋਇਆ, ਉਹਨੂੰ ਕਤਲ ਕਰ ਦਿੱਤਾ। ਤੇ ਇਹਦੇ ਵਿੱਚ ਜਿਹੜੀਆਂ ਇੱਕ ਗੱਲ ਕਹਿੰਦੇ ਹੁੰਦੇ ਕਿ ਜਿਹੜੀਆਂ ਬੱਚਿਆਂ ਤੇ ਕਿਤਾਬਾਂ ਲਿਖੀਆਂ ਨਾ, ਬੱਚੇ ਕਿੱਦਾਂ ਪਾਲਣੇ ਆ, ਇਹ ਉਹਨਾਂ ਨੇ ਲਿਖੀਆਂ ਜਿਨ੍ਹਾਂ ਦੇ ਬੱਚੇ ਹੈ ਨਹੀਂ। ਜ਼ਿਆਦਾ ਤੌਰ ਤੇ ਜਿਹੜੇ ਰਾਈਟਰਸ ਆ ਨਾ, ਉਹ ਤੁਸੀਂ ਉਹਨਾਂ ਨੂੰ ਦੇਖੇ ਕਿ ਇਹਨਾਂ ਨੇ ਬੱਚਾ ਕੋਈ ਨਹੀਂ ਪਾਲਿਆ, ਪਰ ਇਹ ਕਿਤਾਬ ਲਿਖ ਦਿੱਤੀ ਹੈ। ਇੰਟਰਸਟਿੰਗ ਕਿ ਬੱਚੇ ਨੂੰ ਏਦਾਂ ਕਰਨਾ ਚਾਹੀਦਾ, ਏਦਾਂ ਕਰਨਾ ਚਾਹੀਦਾ, ਬੱਚੇ ਨੂੰ ਸੁਣਨਾ ਚਾਹੀਦਾ, ਆਹ ਕਰਨਾ ਚਾਹੀਦਾ, ਉਹਦੇ ਮਾਰਨਾ ਨਹੀਂ ਚਾਹੀਦਾ। ਅੱਛਾ, ਉਹਨੂੰ ਪੁੱਛ ਵੀ ਤੁਹਾਡੇ ਕਿੰਨੇ ਬੱਚੇ? ਕਹਿਣਗੇ ਮੈਂ ਤਾਂ ਵਿਆਹ ਹੀ ਨਹੀਂ ਕਰਾਇਆ ਸੀ। ਦੇਖ ਲਓ ਤੁਸੀਂ, ਬਿਨਾਂ ਐਕਸਪੀਰੀਅੰਸ ਤੋਂ ਦੂਸਰਿਆਂ ਨੂੰ ਦੱਸਿਆ ਜਾ ਰਿਹਾ, ਜਿਹੜੇ ਲੋਕ ਆਪਣੇ ਬੱਚਿਆਂ ਨੂੰ ਪਾਲ ਰਹੇ ਆ। ਦੂਸਰਿਆਂ ਨੂੰ ਜਾਂ ਕਿਤਾਬਾਂ ਲਿਖਣਗੇ ਕਿ ਕਰੋੜਪਤੀ ਕਿਵੇਂ ਬਣੀ ਹੈ। ਕਹਿੰਦੇ ਹੁੰਦੇ ਆ, ਉਹਨੂੰ ਬੰਦੇ ਨੂੰ ਪੁੱਛਿਆ, ਕਹਿੰਦਾ ਮੇਰੇ ਤੋਂ ਤਾਂ ਕਿਤਾਬ ਛਪਾਉਣ ਲਈ ਪੈਸੇ ਵੀ ਹੈ ਨੇ, ਅਗਲੀ ਇੱਕ ਹੋਰ ਲਿਖੀ ਆ, ਉਹ ਵੀ ਕਿਸੇ ਤੋਂ ਫੜੇ ਆ। ਪਰ ਲੋਕਾਂ ਨੂੰ ਜ਼ਰੂਰ ਸਲਾਹ ਦਿੱਤੀ ਜਾ ਰਹੀ ਹੈ ਕਿ ਕਰੋੜਪਤੀ ਬਣਨਾ ਕਿਵੇਂ ਆ। ਜੀ। ਸੋ ਕਿਤਾਬ ਲਿਖਣ ਦਾ ਤੇ ਐਕਚੁਅਲ ਅਮਲ ਕਰਨ ਦਾ ਬਹੁਤ ਵੱਡਾ ਫਰਕ ਹੈ। ਵੈਸੇ ਡਾਕਟਰ ਸਾਹਿਬ, ਕਈ ਲੋਕ ਨਾ ਬਹੁਤ ਵੱਡੀਆਂ ਗੱਲਾਂ ਕਰਦੇ ਜਦੋਂ ਆਪਾਂ ਉਹਨਾਂ ਦੀ ਸਪੀਚ ਸੁਣਦੇ ਆ, ਜਿਹੜੇ ਪ੍ਰੋਮੀਨੈਂਟ ਪਰਸਨੈਲਿਟੀਜ਼ ਹੁੰਦੀਆਂ ਨੇ, ਹਨਾ, ਆਪਾਂ ਸੋਚਦੇ ਆ ਕਿ ਦੇਖੋ ਵੀ ਬੰਦਾ ਕਿੰਨਾ ਵਧੀਆ ਸੋਚਦਾ, ਪਰ ਜੇ ਫਿਰ ਆਪਾਂ ਉਹਦੀ ਰੀਅਲ ਲਾਈਫ ਨੂੰ ਦੇਖਦੇ ਆ, ਆਪਣੀ ਰੀਅਲ ਲਾਈਫ ਦੇ ਵਿੱਚ ਉਹ ਗੱਲਾਂ ਉਹ ਲਾਗੂ ਨਹੀਂ ਕਰਦੇ। ਜੀ, ਮੋਸਟਲੀ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਨੇ, ਉਹਨਾਂ ਦੀਆਂ ਤਾਂ ਸਪੀਚਸ ਲਿਖੀਆਂ ਹੁੰਦੀਆਂ। ਹਾਂਜੀ, ਕੋਈ ਰਾਈਟਰਸ ਰੱਖੇ ਆ ਜਿਹੜੇ ਸਪੀਚ ਲਿਖ ਕੇ ਦਿੰਦੇ ਆ।
ਸਾਡੇ ਪ੍ਰਧਾਨ ਮੰਤਰੀ ਨੇ ਗਏ ਸੀ ਬਰਸਲਸ ਦੇ ਵਿੱਚ, ਇਹਨਾਂ ਨੇ ਸਪੀਚ ਕੀਤੀ ਜੀ। ਯੂਰਪੀਅਨ ਯੂਨੀਅਨ, ਜੀ ਜੀ ਇਹਨਾਂ ਦੀ ਉਹ ਛਿੱਲ ਆਈ ਉੱਥੇ ਉਹਨਾਂ ਨੇ ਐਮਪੀਜ਼ ਨੇ ਨਾ, ਜਿਹੜੀ ਮੁੜ ਕੇ ਤਾਂ ਇਹਨਾਂ ਨੇ ਸੁਣਿਆ ਹੀ ਨਹੀਂ, ਮੀਡੀਆ ਨੇ ਕਵਰ ਕੀਤੀਆਂ ਉਹਨਾਂ ਦੀਆਂ। ਉਹ ਕਹਿੰਦੇ ਕਿ ਸਾਨੂੰ ਆ ਕੇ ਸਲਾਹਾਂ ਦੇਣ ਵਾਲਾ ਪਹਿਲਾਂ ਆਪਣੇ ਪੀੜੇ ਦੇ ਥੱਲੇ ਸੋਟਾ ਫਿਰ ਕੇ ਦੇਖ ਲਾ, ਤੁਸੀਂ ਕੀ ਕਰਦੇ ਹੋ ਉੱਥੇ। ਉਹਦੇ ਬਾਰੇ ਕੋਈ ਕਮੈਂਟ ਨਹੀਂ ਕੀਤਾ ਫਿਰ। ਉਹਨਾਂ ਨੂੰ ਜਿਹੜੀ ਗੱਲ ਤਾਂ ਹੈਗੀ ਹੈ ਕਿ ਜਿਹੜੀ ਸਪੀਚ ਉਹਨਾਂ ਨੂੰ ਲਿਖ ਕੇ ਦਿੱਤੀ ਉਹ ਪੜ੍ਹਿਆ ਹੈ ਉੱਥੇ, ਤੇ ਉਹ ਸਪੀਚ ਬੜੀ ਵਧੀਆ ਹੈ। ਤੇ ਇਹ ਕਹਿਣਾ ਕਿ ਸਪੀਚ ਇਹਨੇ ਬੜੀ ਵਧੀਆ ਦਿੱਤੀ ਹੈ, ਪਰ ਅਮਲ ਜਿਹੜਾ ਹੈ ਬਿਲਕੁਲ ਉਲਟ ਹੈ ਉਹਦਾ। ਉਹ ਯੂਰਪੀਅਨ ਯੂਨੀਅਨ ਦੇ ਐਮਪੀਜ਼ ਨੇ ਇਹੀ ਕਿਹਾ ਕਿ ਤੁਸੀਂ ਸਾਨੂੰ ਸਲਾਹਾਂ ਦਿੰਦੇ ਫਿਰਦੇ ਆ, ਆਪਣੇ ਆਪ ਬਾਰੇ ਸੋਚਿਆ ਕੈਨੇਡਾ ਵਾਲੇ ਕੀ ਕਰਦੇ ਆ ਜੀ। ਇਹ ਇੱਥੇ ਸਾਡੇ ਜਿਹੜੇ ਹਰੇਕ ਲੈਵਲ ਤੇ ਪੋਲੀਟੀਸ਼ੀਅਨ ਆ ਜਾਂ ਬਿਜ਼ਨਸ ਲੀਡਰ ਆ, ਉਹ ਦੂਜਿਆਂ ਨੂੰ ਤਾਂ ਸਲਾਹਾਂ ਦੇਣਗੇ। ਲੰਚਨ ਕਾਮਰਸ ਦੇ ਲੰਚ ਤੇ ਆ ਕੇ ਬੜੀ ਵਧੀਆ ਸਪੀਚ ਲਿਖੀ ਹੁੰਦੀ ਕਿਸੇ ਨੇ, ਪਰ ਅਸਲੀ ਅਮਲ ਐਕਚੁਅਲ ਅਮਲ ਜਿਹੜਾ ਹੁੰਦਾ ਬਿਲਕੁਲ ਉਲਟ ਹੁੰਦਾ। ਤੁਸੀਂ ਪੰਜਾਬ ਦੇ ਵਿੱਚ ਦੇਖ ਲਓ, ਕੇਜਰੀਵਾਲ ਆਇਆ, ਉਹਨਾਂ ਨੇ ਕਿਹਾ ਜੀ ਔਰਤਾਂ ਨੂੰ ਅਸੀਂ ਆਹ ਦੇਵਾਂਗੇ, ਅਸੀਂ ਆਹ ਦੇਵਾਂਗੇ, ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ। 2 ਸਟੇਟਸ ਨੂੰ ਕੰਟਰੋਲ ਕਰਦੇ ਆ, ਇੱਕ ਔਰਤ ਹੈ ਉਹਨਾਂ ਦੇ ਕੋਲ ਜਿਹੜੀ ਮੰਤਰੀ ਆ। ਹਾਂਜੀ। ਔਰਤਾਂ ਬਸ 1000 ਰੁਪਈਆ ਲੈਣ ਲਈ ਆ, ਹੋਰ ਨਹੀਂ ਕੰਮ ਕਰ ਸਕਦੀਆਂ। ਉਹਨਾਂ ਨੂੰ ਨੌਕਰੀ ਵੀ ਚਾਹੀਦੀ ਹੋਣੀ, ਉਹਨਾਂ ਨੂੰ ਐਜੂਕੇਸ਼ਨ ਵੀ ਚਾਹੀਦੀ ਹੋਣੀ। ਇਹ ਵੀ ਹੋਣਾ ਚਾਹੀਦਾ ਕਿ ਸਾਨੂੰ ਮਾਰ ਨਾ ਦੇਣ, ਜੰਮਣ ਤੋਂ ਪਹਿਲਾਂ ਨਾ ਮਾਰ ਦੇਣ ਜੀ। ਕੰਮ ਤਾਂ ਇਹਨਾਂ ਮੁੱਦਿਆਂ ਤੇ ਹੋਣਾ ਚਾਹੀਦਾ। ਇਹਨਾਂ ਮੁੱਦਿਆਂ ਬਾਰੇ ਚੁੱਪਿਆ, ਪਰ 1000 ਰੁਪਈਆ ਦੇ ਦੇਵਾਂਗੇ, ਪਰ ਉਹਨਾਂ ਦੇ ਵਿੱਚੋਂ ਅਸੀਂ ਕੋਈ ਮੰਤਰੀ ਮੰਡਲ ਚ ਨਹੀਂ ਲੈਣੀ। ਇਹ ਕਿਹੋ ਜਿਹੀ ਇਕੁਐਲਿਟੀ ਆ ਜੀ। ਸੋ ਕਹਿਣਾ ਕੁਛ ਤੇ ਕਰਨਾ ਕੁਛ। ਇਹਨਾਂ ਗੱਲਾਂ ਤੋਂ ਅਸੀਂ ਇੱਕ ਗੱਲ ਕਰਦੇ ਸੀ ਨਾ, ਇਹਨਾਂ ਗੱਲਾਂ ਤੋਂ ਲੋਕੀ ਅੱਕ ਜਾਂਦੇ ਆ। ਹਾਂਜੀ। ਤੁਸੀਂ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ। ਏਦਾਂ ਹੀ ਜਿਹੜੀ ਕਹਾਵਤ ਹੈ ਨਾ, ਜੋ ਮੁੱਲਾ ਕਹਿੰਦਾ ਆ ਉਹ ਕਰੋ, ਕਿਉਂਕਿ ਉਹ ਤਾਂ ਪੜ੍ਹ ਕੇ ਕਰਦਾ। ਹੋਲੀ ਬੁੱਕ ਪੜ੍ਹੀ ਹੋਣੀ ਉਹਨੇ, ਉਹਦੇ ਚੋਂ ਬੋਲ ਰਿਹਾ ਬੰਦਾ। ਜੋ ਕਰਦਾ ਆ ਉਹ ਨਾ ਕਰੋ। ਉਹਦਾ ਮਤਲਬ ਇਹ ਆ ਵੀ ਇਹਨੇ ਕਹਿੰਦਾ ਤਾਂ ਠੀਕ ਗੱਲਾਂ ਹੈ, ਹੋਲੀ ਬੁੱਕ ਦੇ ਆਧਾਰ ਤੇ ਕਹਿੰਦਾ ਹੋਣਾ, ਪਰ ਇਹਦੀ ਆਪਣੀ ਲਾਈਫ ਉਹਦੇ ਹਿਸਾਬ ਨਾਲ ਨਹੀਂ ਚੱਲਦੀ ਜੀ। ਸਾਡਾ ਪੰਡਤ ਹੋਵੇ, ਸਾਡਾ ਗਿਆਨੀ ਹੋਵੇ, ਉਹਨਾਂ ਨੇ ਗੁਰਬਾਣੀ ਪੜ੍ਹ ਕੇ, ਉਹਨਾਂ ਨੇ ਗੀਤਾ ਪੜ੍ਹ ਕੇ ਵਧੀਆ ਗੱਲਾਂ ਦੱਸਣੀਆਂ ਲੋਕਾਂ ਨੂੰ ਜੀ, ਪਰ ਆਪ ਕੀ ਕਰਦੇ ਆ ਉਹ ਬਿਲਕੁਲ ਉਲਟ ਕਰਦੇ ਆ। ਵੈਸੇ ਡਾਕਟਰ ਸਾਹਿਬ ਜੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਲੋਕ ਇੰਨੀਆਂ ਸਿਆਣੀਆਂ ਗੱਲਾਂ ਕਰਦੇ ਆ ਨਾ, ਆਪਾਂ ਜਦੋਂ ਪੜ੍ਹਦੇ ਆ ਕਿਸੇ ਦੀ ਫੇਸਬੁੱਕ ਪੋਸਟ ਜਾਂ ਕੁਝ ਵੀ, ਜੇ ਉਹਨਾਂ ਵਿੱਚੋਂ ਨਾ 1% ਵੀ ਅਪਣਾ ਲੈਣ ਆਪਣੀ ਰੀਅਲ ਲਾਈਫ ਦੇ ਵਿੱਚ, ਕਿੰਨਾ ਸੁਧਾਰ ਹੋ ਜਾਵੇ ਆਪਣੇ ਸਮਾਜ ਦਾ। ਸੋਸ਼ਲ ਬੁੱਕ ਤੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ, ਫੇਸਬੁੱਕ ਤੇ ਕਈਆਂ ਦੇ ਹਜ਼ਾਰਾਂ ਹੀ ਮੈਂਬਰਸ ਆ, ਦੋਸਤ। ਹਾਂਜੀ। ਮੈਂ ਇੱਥੇ ਕਿਸੇ ਨੂੰ ਜਾਣਦਾ, ਉਹਨਾਂ ਦੇ ਫੈਮਿਲੀ ਦੇ ਵਿੱਚ ਕਿਸੇ ਦੀ ਡੈਥ ਹੋਈ, ਮੇਰਾ ਖਿਆਲ ਹੈ ਵੀ 3-4 ਹਜ਼ਾਰ ਉਹ ਕਮੈਂਟ ਹੀ ਪਾਇਆ ਸੀ ਉੱਥੇ, ਰਿਪ ਲਿਖਿਆ ਹੁੰਦਾ ਉਹਨਾਂ, ਰੈਸਟ ਇਨ ਪੀਸ। ਹਾਂਜੀ। ਹਰੇਕ ਨੇ। ਤਾਂ ਉੱਥੇ ਫਿਊਨਰਲ ਤੇ, ਕਿਉਂਕਿ ਮੈਂ ਵੀ ਜਾਣਦਾ ਸੀ ਉਹਨਾਂ ਨੂੰ, ਉੱਥੇ ਕੋਈ 50 ਕੁ ਬੰਦੇ ਬੈਠੇ ਜਿਹੜੇ ਉਹਨਾਂ ਦੇ ਘਰ ਦੇ ਹੀ ਸੀ, ਥੋੜੇ ਜਿਹੇ ਬਾਹਰੋਂ ਬੈਠੇ ਹੋਣੇ। ਉਹ ਫੇਸਬੁੱਕ ਵਾਲੇ ਪਤਾ ਨਹੀਂ ਕਿੱਧਰ ਗਏ। ਉਹ ਉੱਥੇ ਹੀ ਸਿਰਫ ਹੈਗੇ ਆ ਜਿਹੜੇ ਫੇਸਬੁੱਕ ਵਾਲੇ ਹੈਗੇ ਨੇ ਨਾ, ਉੱਥੇ ਹੀ ਸਿਰਫ ਉਹ ਜੇ ਇਦਾਂ ਕੋਈ ਡੈਥ ਹੋ ਜਾਂਦੀ ਹੈ ਕਿਸੇ ਦੀ, ਉੱਥੇ ਅਫਸੋਸ ਕਰ ਲੈਂਦੇ ਆ, ਵਧਾਈਆਂ ਵੀ ਉੱਥੇ ਦੇ ਲੈਂਦੇ ਆ ਜੇ ਕੋਈ ਕਿਸੇ ਵਧਾਈਆਂ ਵਾਲਾ ਕੰਮ ਹੁੰਦਾ ਤਾਂ। ਰੀਅਲ ਲਾਈਫ ਦੇ ਵਿੱਚ ਤਾਂ ਨਹੀਂ। ਇਸੇ ਕਰਕੇ ਇੱਕ ਰਿਪੋਰਟ ਨਹੀਂ ਸੀ ਆਈ, ਉਹ ਕਹਿੰਦੇ ਆ ਵੀ ਜਿਵੇਂ ਸਾਰੇ ਲੋਕ ਫੇਸਬੁੱਕ ਤੇ ਬੈਠਦੇ ਜਾਂ ਫਿਰ ਹੋਰ ਸੋਸ਼ਲ ਮੀਡੀਆ ਹੈਂਡਲਸ ਤੇ ਬੈਠਦੇ ਆ, ਆਪਣਾ ਜ਼ਿਆਦਾਤਰ ਟਾਈਮ ਉਹ ਸੋਸ਼ਲ ਮੀਡੀਆ ਤੇ ਬਤੀਤ ਕਰਦੇ, ਫੈਮਿਲੀ ਦੇ ਲਈ ਟਾਈਮ ਨਹੀਂ ਹੁੰਦਾ। ਪਰ ਜਦੋਂ ਬਿਮਾਰ ਹੁੰਦੇ ਆ ਹਸਪੀਟਲ ਦੇ ਵਿੱਚ, ਉਹਨਾਂ ਦੀ ਫੈਮਿਲੀ ਉਹਨਾਂ ਦੇ ਨਾਲ ਖੜੀ ਹੁੰਦੀ ਆ, ਉਦੋਂ ਸੋਸ਼ਲ ਮੀਡੀਆ ਤੇ ਜਿਹੜੇ ਫਰੈਂਡਸ ਉਹ ਨਹੀਂ ਆ ਕੇ ਖੜਦੇ, ਉਹ ਨਹੀਂ ਪੁੱਛਦੇ। ਉੱਥੇ ਪਾ ਦੂ ਕਿ ਜੇ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦੋਗੇ ਕਿ ਤੁਹਾਡੀ ਸਿਹਤ ਠੀਕ ਨਹੀਂ, ਤੁਸੀਂ ਹਸਪੀਟਲ ਦੇ ਵਿੱਚ, ਉੱਥੇ ਸਾਰੇ ਕਮੈਂਟ ਜ਼ਰੂਰ ਕਰ ਦੇਣਗੇ ਜੀ। ਉਹਦੇ ਵਿੱਚ ਆਰਾਮ ਨਾਲ ਤੁਹਾਨੂੰ ਘਰੋਂ ਜਾਣ ਦੀ ਲੋੜ ਨਹੀਂ ਨਾ। ਹਾਂਜੀ। ਤਕਲੀਫ ਹੋ ਜਾਂਦੀ ਹੈ ਜੇ ਬਾਹਰ ਜਾਣਾ ਤਾਂ। ਉਹੀ ਨਾ ਵੀ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ, ਗੱਲਾਂ ਕਰਨੀਆਂ ਢੇਰ ਸਕੱਲੀਆਂ ਨੇ। ਜੀ ਜੀ ਬਿਲਕੁਲ। ਡਾਕਟਰ ਸਾਹਿਬ ਹੁਣ ਰੁਕ ਕਰਦੇ ਆ ਅਗਲੀ ਖਬਰ ਵੱਲ। ਰਿਪਬਲਿਕਨ ਵਿਮਨ ਦਾ ਇੱਕ ਗਰੁੱਪ ਆ ਜੀ, ਰਾਈਟ ਡਾਇਰੈਕਸ਼ਨ ਵਿਮਨ। ਉਹਨਾਂ ਨੇ ਹੁਣ ਆਪਣੀ ਇਹ ਆਰਗੇਨਾਈਜੇਸ਼ਨ ਬਣਾਈ ਆ ਜਿਹੜੀ ਹੈਗੀ ਰਾਈਟ ਡਾਇਰੈਕਸ਼ਨ ਵਿਮਨ।
ਇਹਦੇ ਵਿੱਚ ਉਹ ਉਹਨਾਂ ਔਰਤਾਂ ਨੂੰ ਸਪੋਰਟ ਕਰਦੀਆਂ ਨੇ ਵੀ ਜਿਹੜੀਆਂ 2022 ਦੇ ਇਲੈਕਸ਼ਨ ਦੇ ਵਿੱਚ ਐਜ਼ ਅ ਗਵਰਨਰ ਰਨ ਕਰਨਾ ਚਾਹੁੰਦੀਆਂ ਨੇ। ਇਸ ਰਿਪੋਰਟ ਦੇ ਬਾਰੇ ਦੱਸੋ। ਇਹਨਾਂ ਨੇ ਰਿਪਬਲਿਕਨਸ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਜਿੱਦਾਂ ਡੈਮੋਕ੍ਰੈਟਸ ਕਰਦੇ ਆ। ਉਹਨਾਂ ਨੇ ਬਲੈਕ ਕਾਕਸ ਬਣਾਈ, ਜੁਦੀ ਹਿਸਪੈਨਿਕ ਕਾਕਸ ਬਣਾਈ ਆ, ਵਿਮਨਸ ਦੀ ਬਣਾਈ ਹੈ, ਪਲੋਸੀ ਉਹਨਾਂ ਦੀ ਸਪੀਕਰ ਹੈ। ਤੇ ਇਹਨਾਂ ਨੂੰ ਹੁਣ ਯਾਦ ਆਉਣ ਲੱਗਾ ਕਿ ਜਿਹੜੀਆਂ ਵਿਮਨ ਆ ਦੇ ਆਰ 50% ਜੀ, ਅੱਧੀ ਪਾਪੂਲੇਸ਼ਨ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਹਾਂਜੀ, ਉਹਨਾਂ ਦੇ ਵਿੱਚ ਵਿਮਨ ਉਹ ਵੀ ਹੈ ਜਿਹੜੀਆਂ ਰਿਪਬਲਿਕਨ ਪਾਰਟੀ ਦੇ ਨਾਲ ਸਹਿਮਤ ਹੈ, ਉਹਨਾਂ ਦੇ ਵਿੱਚ ਐਕਟਿਵ ਹੈ। ਹੁਣ ਉਹਨਾਂ ਨੂੰ ਇਹ ਸਿਰਫ ਐਕਟਿਵ ਹੀ ਰੱਖਣਾ ਕਿ ਉਹਨਾਂ ਨੂੰ ਕੋਈ ਅਹੁਦੇ ਵੀ ਦੇਣੇ ਆ ਜਿਨ੍ਹਾਂ ਵੱਲ ਤੁਸੀਂ ਏਦਾਂ ਉਂਗਲੀ ਕਰ ਸਕਦੇ ਕਿ ਉਹ ਸਾਡੀ ਰਿਪਬਲਿਕਨ ਆ, ਉਹ ਗਵਰਨਰ ਆ, ਉਹ ਪ੍ਰੈਜ਼ੀਡੈਂਟ ਆ, ਉਹ ਸੈਨੇਟਰ ਆ। ਇਸ ਕਰਕੇ ਇਸ ਜਿਹੜੀ ਆਰਗੇਨਾਈਜੇਸ਼ਨ ਬਣਾਈ ਆ ਨਾ, ਇਸ ਪੱਖੋਂ ਇਹਨਾਂ ਨੇ ਪਹਿਲਾ ਕਦਮ ਚੁੱਕਿਆ ਕਿ ਅਸੀਂ ਡੈਮੋਕ੍ਰੈਟਸ ਨੂੰ ਜੇ ਹਰਾਉਣਾ ਹੈ ਵਿਮਨ, ਕਿਉਂਕਿ ਨਾਰਮਲੀ ਜਿੱਦਾਂ ਜੋ ਬਾਈਡਨ ਨੂੰ ਜ਼ਿਆਦਾ ਵਿਮਨ ਨੇ ਵੋਟ ਪਾਈ ਹੈ, ਜ਼ਿਆਦਾ ਬਲੈਕਸ ਨੇ ਵੋਟ ਪਾਈ ਹੈ, ਜ਼ਿਆਦਾ ਹਿਸਪੈਨਿਕਸ ਨੇ ਵੋਟ ਪਾਈ ਹੈ, ਸਾਡੇ ਬੰਦਿਆਂ ਨੇ ਵੀ ਜ਼ਿਆਦਾ ਪਾਈ ਹੈ। ਹੁਣ ਉਹਨਾਂ ਦੇ ਵਿੱਚੋਂ ਕੁਛ ਇੱਕ ਜਿਹੜੇ ਐਕਟਿਵ ਲੋਕ ਨੇ ਰਿਪਬਲਿਕਨ ਦੇ, ਉਹ ਸੋਚ ਰਹੇ ਕਿ ਅਸੀਂ ਕਿਉਂ ਬਾਕੀਆਂ ਲੋਕਾਂ ਨੂੰ ਪਰੇ ਨੂੰ ਧੱਕੀ ਜਾਂਦੇ ਹਾਂ। ਹੁਣ ਕੱਲ ਜਸਟਿਸ ਬਰਾਊਨ ਜਿਹੜੀ ਸੀਗੀ, ਉਹਨਾਂ ਨੂੰ ਸੁਪਰੀਮ ਕੋਰਟ ਦੇ ਪਹਿਲੇ ਬਲੈਕ ਜੱਜ ਹੋਏ ਆ। ਉਹ ਡੈਮੋਕ੍ਰੈਟਿਕ ਪਾਰਟੀ ਨੇ ਕ੍ਰੈਡਿਟ ਲੈ ਲਈ ਕਿਉਂਕਿ ਉਹਨਾਂ ਨੇ ਜੋ ਬਾਈਡਨ ਨੇ ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ ਸੀ, ਉਹ ਸਿਲੈਕਟ ਹੋ ਗਏ। ਹੁਣ ਉਹ ਜਾ ਕੇ ਦੱਸਣਗੇ ਲੋਕਾਂ ਨੂੰ, ਬਲੈਕ ਕਮਿਊਨਿਟੀ ਨੂੰ ਦੱਸਣਗੇ ਕਿ ਦੇਖੋ ਤੁਹਾਡੀ ਪਹਿਲੀ ਔਰਤ ਆ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇੱਕ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਨੇ ਬਿਠਾਲੀ ਆ। ਤਾਂ ਇਹਨਾਂ ਦੇ ਕੋਲ ਦੱਸਣ ਲਈ ਇਦਾਂ ਦੀ ਕੋਈ ਗੱਲ ਨਹੀਂ। ਸੋ ਵਿਮਨਜ਼ ਰੈਪਰਜ਼ੈਂਟੇਸ਼ਨ ਦੇ ਵਿੱਚ ਜੇ ਹੁਣ ਪਹਿਲ ਕਦਮੀ ਦਿਖਾਈ ਹੈ ਇਹਨਾਂ ਨੇ, ਤਾਂ ਉਹ ਰੀਅਲਾਈਜ਼ੇਸ਼ਨ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਕਿ ਡੈਮੋਕ੍ਰੈਟਸ ਨੇ ਜੋ ਕੁਝ ਕੀਤਾ ਅੱਜ ਤਾਈਂ, ਜੇ ਅਸੀਂ ਵੀ ਉਹੀ ਕੁਝ ਕਰੀਏ, ਕਮ ਸੇ ਕਮ ਮੈਜੋਰਟੀ ਔਰਤਾਂ ਦੀ ਜਿਹੜੀ ਆ ਫਿਰ ਡੈਮੋਕ੍ਰੈਟਿਕਸ ਨੂੰ ਵੋਟ ਨਾ ਪਾਉਣਗੇ। ਉਹਨਾਂ ਦੇ ਕੋਲ ਕੁਛ ਨਾ ਕੁਛ ਅਕਸ ਹੋਣਗੇ ਦੇਖਣ ਨੂੰ ਜੀ ਕਿ ਸਾਡੇ ਕੋਲ ਅਸੀਂ ਰਿਪਬਲਿਕਨ ਪਾਰਟੀ ਦੇ ਵਿੱਚ ਆ, ਇਸ ਪਾਰਟੀ ਦੇ ਵਿੱਚ ਵੀ ਡੈਮੋਕ੍ਰੈਟ ਸਾਡੇ ਗਵਰਨਰ ਬਣ ਸਕਦੇ ਆ। ਤੇ ਖਾਸ ਤੌਰ ਤੇ ਨਵੰਬਰ 8 ਨੂੰ ਜਿਹੜੀ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਆਸ ਲਾਈ ਜਾ ਰਹੀ ਕਿ ਜ਼ਿਆਦਾ ਸੀਟਾਂ ਇਹ ਜਿੱਤਣਗੇ ਸੈਨੇਟ ਦੀਆਂ, ਜ਼ਿਆਦਾ ਸੀਟਾਂ ਇਹ ਕਾਂਗਰਸ ਦੀਆਂ ਜਿੱਤਣਗੇ, ਜ਼ਿਆਦਾ ਗਵਰਨਰ ਵੀ ਇਹਨਾਂ ਦੇ ਬਣਗੇ ਰਿਪਬਲਿਕਨਸ ਦੇ। ਇਸ ਕਰਕੇ ਇਹ ਆਰਗੇਨਾਈਜੇਸ਼ਨ ਦਾ ਇਸ ਵੇਲੇ ਬਣਨਾ ਇਹ ਜ਼ਿਆਦਾ ਪ੍ਰਮੋਟ ਕਰਦਾ ਹੈ ਉਹਨਾਂ ਨੂੰ ਕਿ ਔਰਤਾਂ ਨੂੰ ਗਵਰਨਰ ਬਣਾਉਣਾ, ਇਹ ਉਹਨਾਂ ਦਾ ਮੰਤਵ ਹੈ, ਉਹਨਾਂ ਦਾ ਆਬਜੈਕਟਿਵ ਹੈ। ਜੀ, MEP ਦੀ ਇੱਕ ਰਿਪੋਰਟ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ EU ਸਿਟੀਜ਼ਨਸ ਦੇ ਲਿਵਿੰਗ ਸਟੈਂਡਰਡ ਵਿੱਚ ਬਹੁਤ ਜ਼ਿਆਦਾ ਨਿਘਾਰ ਆਇਆ ਤੇ ਯੂਰਪੀਅਨ ਯੂਨੀਅਨ ਵੱਲੋਂ ਰਸ਼ੀਆ ਤੇ ਲਗਾਈਆਂ ਸੈਂਕਸ਼ਨਸ ਦੇ ਕਾਰਨ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਕੌਨਫਲਿਕਟ ਹੈਗਾ ਵਧਿਆ। ਉਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਨੇ ਯੂਰਪੀਅਨ ਯੂਨੀਅਨ ਦੇ ਆਇਰਲੈਂਡ ਤੋਂ MP ਡੇਲੀ, ਉਹਨਾਂ ਨੇ ਇੱਕ ਜਿਹੜੀ ਗੱਲ ਕੀਤੀ ਹੈ ਉਹ ਬਾਕੀ MPs ਵੀ ਉਹਨਾਂ ਦੇ ਨਾਲ ਕਾਫੀ ਸਹਿਮਤ ਹੈ ਕਿ ਸੈਂਕਸ਼ਨਸ ਪਹਿਲੀ ਗੱਲ ਤਾਂ ਸਾਨੂੰ ਹੀ ਹਰਟ ਕਰਦੇ ਆ। ਹਾਂਜੀ, ਜਿਹੜੀਆਂ ਚੀਜ਼ਾਂ ਸਾਨੂੰ ਜ਼ਰੂਰਤ ਆ ਨਾ, ਕਈ ਦੇਸ਼ਾਂ ਦੇ ਵਿੱਚ ਜੇ ਐਨਰਜੀ ਉਹ ਕਹਿੰਦੇ ਨਹੀਂ ਆਉਣੀ ਤੇ ਫਿਰ ਸਾਡੇ ਤੇ ਉਹਨਾਂ ਕਹਿੰਦੇ ਵੀ ਅਸੀਂ ਪਾਣੀ ਗਰਮ ਕਿੱਥੋਂ ਕਰਨਾ ਹੈ। ਤੇ ਪਾਣੀ ਗਰਮ ਤੇ ਇੱਕ ਯੂਰਪੀਅਨ ਯੂਨੀਅਨ 'ਚ ਮਜ਼ਾਕ ਚੱਲਦਾ ਹੈ। ਯੂਰਪੀਅਨ ਯੂਨੀਅਨ ਦਾ ਜਿਹੜਾ ਕਮਿਸ਼ਨ ਦਾ ਚੇਅਰਮੈਨ ਸੀ, ਉਹ ਕਹਿੰਦਾ ਤੁਸੀਂ ਠੰਡੇ ਪਾਣੀ ਨਾਲ ਨਹਾ ਲਓ ਪਰ ਇਹਨਾਂ ਪਿਊਟਨ ਨੂੰ ਸਫ਼ਰ ਕਰਨਾ ਪਊਗਾ। ਉਹ ਕਹਿੰਦੇ ਵੀ ਪਿਊਟਨ ਨੂੰ ਕਿੱਦਾਂ ਸਫ਼ਰ ਕਰਨਾ ਪਊਗਾ, ਠੰਡੇ ਪਾਣੀ ਨਾਲ ਨਹਾਵੇ ਤਾਂ ਅਸੀਂ ਸਫ਼ਰ ਕਰਾਂਗੇ। ਹਾਂਜੀ, ਬਿਲਕੁਲ। ਠੰਡੇ ਪਾਣੀ ਨਾਲ ਨਹਾ ਹੁੰਦਾ, ਜਿੱਥੇ ਠੰਡ ਪੈਂਦੀ ਆ ਉੱਥੇ ਤੁਸੀਂ ਇੱਥੇ ਦੇਖ ਲਓ ਇੰਨਾ ਠੰਡਾ ਪਾਣੀ ਹੁੰਦਾ ਹੈ, ਜੇ ਤੁਸੀਂ ਨਹਾ ਕੇ ਮਤਲਬ ਬਾਹਰ ਨਹੀਂ ਫਿਰ ਨਿਕਲ ਸਕਦੇ ਜੀ, ਉੱਥੇ ਹਾਈਪੋਥਰਮੀਆ ਹੋ ਜਾਣਾ ਤੁਹਾਨੂੰ ਜੀ। ਤੇ ਇਸ ਔਰਤ ਨੇ ਜਿਹੜੀ MP ਔਰਤ ਹੈ ਆਇਰਲੈਂਡ ਤੋਂ, ਉਹਨੇ ਡੇਲੀ ਨੇ ਕਿਹਾ, ਉਹ ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ
ਵੀ ਜੇ ਰਸ਼ੀਆ ਵਾਲਿਆਂ ਨੂੰ ਬਟਰ ਨਾ ਵੇਚੀਏ ਅਸੀਂ ਤਾਂ ਇਹਨਾਂ ਲੜਾਈ ਕਿੱਦਾਂ ਹਟ ਜਾਣੀ। ਆਇਰਲੈਂਡ ਦੇ ਐਕਚੁਅਲੀ ਜਿਹੜੇ ਡੇਅਰੀ ਫਾਰਮਰਸ ਆ ਉਹਨਾਂ ਨੂੰ ਆਬਜੈਕਸ਼ਨ ਉਹਨਾਂ ਨੇ ਲਾਇਆ ਸੀ ਕਿ ਤੁਸੀਂ ਸਾਡਾ ਜਿਹੜਾ ਬਟਰ ਜਾਂਦਾ ਹੁੰਦਾ ਸੀ ਉਹ ਬੰਦ ਕਰ ਦਿੱਤਾ, ਇਹਨਾਂ ਲੜਾਈ ਕਿੱਦਾਂ ਖਤਮ ਹੋ ਜਾਣੀ। ਇਹ ਤਾਂ ਉਹਨਾਂ ਦੀ ਸਿਹਤ ਲਈ ਚੰਗੀ ਚੀਜ਼ ਹੀ ਆ ਵੈਸੇ, ਹਾਂਜੀ ਬਟਰ ਘੱਟ ਖਾਣਗੇ। ਉਹ ਕਹਿੰਦੇ ਵੀ ਲੜਾਈ ਜਿਹੜੀ ਖਤਮ ਹੋਣੀ ਹੈ ਉਹ ਹੋਣੀ ਹੈ ਜੇ ਦੋਹਾਂ ਦੇਸ਼ਾਂ ਦੇ ਵਿਚਕਾਰ ਬੈਠ ਕੇ ਗੱਲਬਾਤ ਕਰਾਈ ਜਾਵੇ। ਜੀ ਬਿਲਕੁਲ। ਨਾ ਤਾਂ ਪਹਿਲੀ ਤਾਂ ਗੱਲ ਅਸੀਂ ਜਿਹੜੇ ਉਹ ਸੈਂਕਸ਼ਨ ਲਾਏ ਆ ਸਾਡੇ ਲਈ ਮਾੜੇ ਆ। ਹਾਂਜੀ ਯੂਰਪੀਅਨ ਯੂਨੀਅਨ ਵਾਲੇ ਬਹੁਤ ਰੌਲਾ ਪਾਉਂਦੇ ਆ ਕਿ ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਸੀ ਰਸ਼ੀਆ ਦੇ ਕੋਲੋਂ ਉਹ ਨਹੀਂ ਮਿਲਦੀਆਂ ਹੁਣ, ਉਹਦੇ ਨਾਲ ਇਨਫਲੇਸ਼ਨ ਵੱਧ ਰਿਹਾ ਸਾਡੇ ਦਿਨੋਂ ਦਿਨ, ਤੇ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਉਹਨਾਂ ਨੂੰ ਦਿੰਦੇ ਉਹ ਫੇਰ ਵੀ ਗੁਜ਼ਾਰਾ ਕਰੀ ਜਾਂਦੇ। ਅੱਛਾ ਜੇ ਕਿਸੇ ਨੂੰ ਗੁਜ਼ਾਰਾ ਨਹੀਂ ਹੁੰਦਾ ਕਿਸੇ ਚੀਜ਼ ਤੇ, ਉਹ ਲੋਕੀ ਦੁਖੀ ਆ ਕਿ ਯੂਰਪੀਅਨ ਯੂਨੀਅਨ ਸਾਨੂੰ ਭੇਜਦੀ ਨਹੀਂ, ਤਾਂ ਉਹ ਪਿਊਟਨ ਦੇ ਨਾਲ ਜ਼ਿਆਦਾ ਉਹਦੇ ਹੱਕ ਦੇ ਵਿੱਚ ਕਿ ਪਿਊਟਨ ਚੰਗਾ ਆ, ਉਹਨਾਂ ਦੇ ਨਾਲ ਲੜਦਾ ਆ ਕਿਉਂਕਿ ਸਾਨੂੰ ਉਹ ਤੰਗ ਕਰਦੇ ਆ। ਉਹ ਕਹਿੰਦੇ ਜੇ ਇਦਾਂ ਦੀਆਂ ਆਰਗੂਮੈਂਟ ਦੇਖਦੇ ਆ ਤਾਂ ਸੈਂਕਸ਼ਨ ਦੋਹੀਂ ਪਾਸੇ ਕੰਮ ਨਹੀਂ ਕਰਦੇ। ਹਾਂਜੀ ਜੇ ਕੰਮ ਕਰੂਗੀ ਕੋਈ ਗੱਲ ਤਾਂ ਇਹ ਹੀ ਕੰਮ ਕਰੂਗੀ ਕਿ ਦੋਹਾਂ ਪਾਰਟੀਆਂ ਜਿੱਦਾਂ ਟਰਕੀ ਵਾਲਿਆਂ ਨੇ ਕੀਤਾ ਹੈ, ਐਰਡੋਗਨ ਨੇ ਕੀਤਾ ਹੈ ਕਿ ਜੇ ਤੁਸੀਂ ਆਪਸ ਵਿੱਚ ਹੀ ਨਹੀਂ ਬੈਠ ਸਕਦੇ ਤੇ ਇੱਥੇ ਆ ਜਾ ਕਰੋ, ਸਾਡੇ ਕੋਲ ਆ ਕੇ ਇੱਥੇ ਗੱਲਬਾਤ ਕਰ ਲਿਆ ਕਰੋ। ਹਾਂਜੀ ਹਾਂ ਚਲੋ ਗੱਲਬਾਤ ਉਹਨਾਂ ਨੇ ਕੀਤੀ ਵੀ ਆ, ਚੱਲਦੀ ਵੀ ਆ, ਉਹਨਾਂ ਦੀ ਲੜਾਈ ਵੀ ਲੱਗੀ ਆ ਪਰ ਗੱਲ ਵੀ ਚੱਲੀ ਜਾਂਦੀ ਹੈ। ਉਹ ਤਾਂ ਇੱਕ ਸੋਲੂਸ਼ਨ ਹੈ, ਉਹਦੇ ਨਾਲ ਲੜਾਈ ਇਸੇ ਤਰ੍ਹਾਂ ਹੱਲ ਹੁੰਦੀ ਹੈ ਜੇ ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ। ਹਾਂਜੀ ਇਸ ਤਰੀਕੇ ਨਾਲ ਤਾਂ ਹੱਲ ਨਹੀਂ ਵੀ ਤੁਸੀਂ ਸੈਂਕਸ਼ਨ ਲਾਤੇ ਤੁਸੀਂ ਭੁੱਖੇ ਮਰੋ, ਤੁਸੀਂ ਭੁੱਖੇ ਮਰੋ। ਨਾ ਤਾਂ ਉਹਨਾਂ ਨੇ ਸੈਂਕਸ਼ਨ ਦੇ ਨਾਲ ਭੁੱਖੇ ਮਰਨਾ, ਤੇ ਜੇ ਤੰਗੀਆਂ ਆ ਰਹੀਆਂ ਆਮ ਲੋਕਾਂ ਨੂੰ ਰਸ਼ੀਆ 'ਚ ਆ ਰਹੀਆਂ, ਆਮ ਲੋਕਾਂ ਨੂੰ ਯੂਰਪ ਦੇ ਵਿੱਚ ਆ ਰਹੀਆਂ। ਹਾਂਜੀ ਤਾਂ ਉਹ ਫਿਰ ਉਹ ਪ੍ਰੈਸ਼ਰ ਪਾਉਂਦੇ ਹੁਣ ਵੀ ਤੁਹਾਡੀ ਪਾਲਿਸੀ ਕਿਹੜੀ ਹੈ ਜਿਹੜੀ ਲੜਾਈ ਹਟਾਉਣ ਨੂੰ ਜਿਹੜੀ ਤੁਸੀਂ ਅਡਾਪਟ ਕੀਤੀ ਹੈ ਸੈਂਕਸ਼ਨ ਵਾਲੀ। ਜੀ ਅਮਰੀਕਾ ਵਾਲੇ ਤਾਂ ਖੁਸ਼ ਆ, ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹ ਲੈ ਲੈਂਦੇ ਆ, ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਚਾਹੀਦੀ ਉਹ ਤੇ ਪਾਬੰਦੀ ਲਾਉਂਦੇ ਉਹਦੇ ਤੇ। ਹਾਂਜੀ ਤੇ ਉਸ ਤੋਂ ਬਾਅਦ ਫਿਰ ਹੈਡਲਾਈਨਸ ਬਣ ਜਾਂਦੀਆਂ, ਲੋਕਾਂ ਵਿੱਚ ਵੈਸੇ ਹੋ ਜਾਂਦਾ ਕਿ ਆਹ ਨਵੀਆਂ ਪਾਬੰਦੀਆਂ ਲੱਗ ਗਈਆਂ, ਹੁਣ ਪਤਾ ਨਹੀਂ ਕੀ ਹੋਣ ਵਾਲਾ ਕਹਾਂ। ਜੀ ਡਾਕਟਰ ਸਾਹਿਬ ਬਰਸਲਸ ਦੇ ਵਿੱਚ ਨੈਟੋ ਦੇ ਫੋਰਨ ਮਿਨਿਸਟਰਸ ਦੀ ਮੀਟ ਹੋਈ ਆ, ਇਹਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਮੀਟਿੰਗ ਵੀ ਇਸੇ ਗੱਲ ਤੇ ਇਹਨਾਂ ਨੇ ਕੀਤੀ, ਨੇਟੋ ਨੇ। ਇਹਨਾਂ ਦੇ ਵਿੱਚ ਤੇਲ ਦੀ ਪੀਪੀ ਜੇ ਲਈ ਫਿਰਦਾ ਤੇ ਜਸਟਿਨ ਟਰੂਡੋ ਲਈ ਫਿਰਦਾ, ਜਿਹਨੂੰ ਕੋਈ ਪੁੱਛਦਾ ਨਹੀਂ। ਨੇਟੋ ਦੇ ਵਿੱਚ ਨੇਟੋ ਦੇ 30 ਦੇਸ਼ ਆ, ਉਹਨਾਂ ਦੇ ਵਿੱਚੋਂ ਕਿਸੇ ਦੀ ਨਿਗਾਹ ਜਸਟਿਨ ਟਰੂਡੋ ਤੇ ਨਹੀਂ। ਜੇ ਨਿਗਾਹ ਆ ਤੇ ਯੂਐਸ ਤੇ ਆ ਕਿ ਉਹ ਕੀ ਕਹਿੰਦੇ ਸਾਨੂੰ, ਜਰਮਨੀ ਤੇ ਆ, ਜਰਮਨੀ ਵਾਲਿਆਂ ਦੀ ਵੱਡੀ ਇਕਨੋਮੀ ਆ, ਫਰਾਂਸ ਤੇ ਆ, ਯੂਨਾਈਟਿਡ ਕਿੰਗਡਮ ਤੇ ਆ, ਉਹ ਈਯੂ ਦਾ ਹਿੱਸਾ ਨਹੀਂ ਹੈ ਪਰ ਨੇਟੋ ਦੇ ਮੈਂਬਰਸ ਆ। ਹੁਣ ਉਹਦੇ ਵਿੱਚ ਇੱਕ ਦਫਾੜਾ ਆਇਆ, ਅੱਧੇ ਮੈਂਬਰ ਕਹਿ ਰਹੇ ਆ, ਖਾਸ ਤੌਰ ਤੇ ਜਰਮਨੀ ਵਾਲੇ ਜਿਹੜੇ ਵੱਡੇ ਮੈਂਬਰਸ ਆ, ਉਹ ਕਹਿੰਦੇ ਕਿ ਸਾਨੂੰ ਯੂਕਰੇਨ ਦੀ ਮਦਦ ਤੇ ਨਹੀਂ ਜਾਣਾ ਚਾਹੀਦਾ। ਜਿਸ ਤਰੀਕੇ ਨਾਲ ਅਸੀਂ ਲੱਗੇ ਆ, ਉਹਨਾਂ ਨੂੰ ਹਥਿਆਰ ਦੇ ਦਿਓ, ਉਹਨਾਂ ਨੂੰ ਆਹ ਕਰ ਦਿਓ, ਇਹਦੇ ਨਾਲ ਪ੍ਰੋਲੋਂਗ ਹੋ ਰਿਹਾ ਲੜਾਈ, ਜਿਹੜੀ ਵੱਧ ਰਹੀ ਆ, ਇਹਨਾਂ ਘਟਦੀ ਨਹੀਂ। ਸੋ ਸਾਨੂੰ ਜਿਹੜੇ ਛੋਟੇ ਛੋਟੇ ਦੇਸ਼ ਆ ਜਿੱਦਾਂ ਪੋਲੈਂਡ ਆ, ਉਹ ਫਰੰਟ ਲਾਈਨ ਸਟੇਟ ਵੀ ਆ ਵੈਸੇ ਕਿਉਂਕਿ ਉਹਨਾਂ ਦਾ ਬਾਰਡਰ ਲੱਗਦਾ ਹੈ, ਉਹ ਡਰੇ ਹੋਏ ਆ ਉੱਥੇ। ਉਹ ਚਾਹੁੰਦੇ ਆ ਕਿ ਕੋਈ ਨਾ ਕੋਈ ਇੰਸਟੀਗੇਟ ਕੀਤੀ ਜਾਵੇ ਗੱਲ ਯੂਕਰੇਨ ਦੇ ਵਿੱਚ, ਤਾਂ ਕਿ ਪੋਲੈਂਡ ਨੂੰ ਇਹ ਹਥਿਆਰ ਦੇਣ, ਪੋਲੈਂਡ ਨੂੰ ਇਕਨੋਮਿਕ ਏਡ ਦੇਣ ਕਿ ਯੂਕਰੇਨ ਤੋਂ ਬਾਅਦ ਕਿਤੇ ਪੋਲੈਂਡ ਦੇ ਵਿੱਚ ਨਾ ਆ ਜਾਣਾ। ਉਹ ਪੋਲੈਂਡ ਦਾ ਆਪਣਾ ਸੈਲਫ ਹਿੱਤ ਆ ਉਹਨਾਂ ਦਾ ਕਿ ਨੇਟੋ ਵਾਲੇ ਸਖਤ ਰਵੱਈਆ ਅਪਣਾਉਣ, 29 ਦੇ 29 ਮੁਲਕ ਸਾਨੂੰ ਪੈਸੇ ਦੇਣ। ਹੁਣ ਜਿਹੜੇ ਜਰਮਨੀ ਵਾਲੇ ਤਾਂ ਦੂਸਰੇ ਮੁਲਕ ਕਹਿੰਦੇ ਨਹੀਂ, ਇਹਨਾਂ ਗੱਲ ਨਹੀਂ ਬਣਨੀ, ਤੇ ਨਾ ਹੀ ਇਹ ਸੋਲੂਸ਼ਨ ਹੈ। ਵੈਸੇ ਨੇਟੋ ਵਾਲੇ ਅਸੀਂ ਸਿੱਧੇ ਤੌਰ ਤੇ ਉਹਨਾਂ ਦੇ ਨਾਲ ਲੜ ਨਹੀਂ ਸਕਦੇ, ਅਸਿੱਧੇ ਤੌਰ ਤੇ ਉਹਨਾਂ ਨੂੰ ਵੈਪਨ ਦੇ ਸਕਦੇ ਹਾਂ, ਉਹਦੇ ਨਾਲ ਹਥਿਆਰ ਦੇਣ ਦੇ ਨਾਲ ਲੜਾਈ ਜਿਹੜੀ ਆ ਪ੍ਰੋਲੋਂਗ ਹੁੰਦੀ ਹੈ। ਹਾਂਜੀ ਇਹ ਖਾਤਮਾ ਤਾਂ ਕਰ ਨਹੀਂ ਸਕਦੇ ਤੁਸੀਂ, ਨਹੀਂ, ਤੇ ਆਪਣੀਆਂ ਫੌਜਾਂ ਅਸੀਂ ਉੱਥੇ ਭੇਜ ਨਹੀਂ ਸਕਦੇ। ਸੋ ਮੋਰਲੀ ਤੌਰ ਤੇ ਅਸੀਂ ਬੈਂਕਰਪਟ ਹਾਂ ਸਿੱਧੇ ਤੌਰ ਤੇ। ਹਾਂਜੀ ਜੇ ਤੁਸੀਂ ਜਾ ਕੇ ਲੜ ਹੀ ਨਹੀਂ ਸਕਦੇ, ਤੁਸੀਂ ਫਿਰ ਨੇਟੋ ਫਿਰ ਕਿਸ ਕੰਮ ਦੀ ਹੈ।
ਹਥਿਆਰ ਦੇ ਸਕਦੇ ਹਾਂ, ਪੈਸੇ ਦੇ ਸਕਦੇ ਹਾਂ। ਇੱਕ ਤਾਂ ਯੂਕਰੇਨ ਮੰਗਦਾ ਪੈਸੇ, ਹਥਿਆਰ ਮੰਗਦੇ ਆ, ਦੂਸਰੇ ਪੋਲੈਂਡ ਵਾਲੇ ਲਾਗੇ ਬੈਠੇ ਆ, ਉਹ ਕਹਿੰਦੇ ਅਸੀਂ ਫਰੰਟ ਲਾਈਨ ਸਟੇਟ ਆ, ਸਾਨੂੰ ਵੀ ਦਿਓ ਜੀ, ਕਿਉਂਕਿ ਸਾਨੂੰ ਖਤਰਾ ਆ ਕਿ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਮਨ ਦੇ ਵਿੱਚ ਆਇਆ ਹੈ ਨਾ ਕਿ ਭਵਿੱਖ ਵਿੱਚ ਸਾਡੇ ਤੇ ਵੀ ਹਮਲਾ ਕਰ ਸਕਦੇ। ਵੈਸੇ ਜੇ ਹਮਲਾ ਕਰਨਾ ਚਾਹੁੰਦੇ ਉਹ ਤਾਂ ਪੋਲੈਂਡ ਦੀ ਕੋਈ ਵੱਡੀ ਚੀਜ਼ ਨਹੀਂ ਹੈ, ਪੋਲੈਂਡ 24 ਘੰਟਿਆਂ ਦੇ ਵਿੱਚ ਉਹ ਟੇਕ ਓਵਰ ਕਰ ਲੈਣਗੇ। ਹਾਂਜੀ, ਪਰ ਉਹਨਾਂ ਨੂੰ ਹੈਗਾ ਵੀ ਇਸ ਵੇਲੇ ਸਾਨੂੰ ਪੈਸੇ ਦੇ ਦੇਣ, ਇਸ ਵੇਲੇ ਸਾਨੂੰ ਹਥਿਆਰ ਦੇ ਦੇਣ। ਪਰ ਬਾਕੀ ਦੇ ਜਿਹੜੇ ਨੇਟੋ ਕੰਟਰੀ ਹੈ ਜਿਨ੍ਹਾਂ ਤੇ ਐਕਚੁਅਲੀ ਅਸਰ ਪੈ ਰਿਹਾ, ਜਿਹਨੇ ਇੱਕ ਤਾਂ ਜਰਮਨੀ ਵਾਲਿਆਂ ਤੇ ਅਸਰ ਪੈ ਰਿਹਾ ਸੈਂਕਸ਼ਨਸ ਦਾ, ਹਾਂਜੀ, ਆਇਲ ਐਂਡ ਗੈਸ ਜਿਹੜੇ ਸੈਂਕਸ਼ਨ ਖਾਸ ਤੌਰ ਤੇ ਲੱਗੇ ਹੋਏ ਆ ਉਹ ਉਹਨਾਂ ਨੂੰ ਹਰਟ ਕਰ ਰਹੇ ਆ। ਹਾਂਜੀ, ਹੁਣੇ ਪਿਛਲੇ ਅਕਤੂਬਰ ਨਵੰਬਰ ਦੇ ਵਿੱਚ ਤਾਂ ਉਹ ਸ਼ੈਂਪੇਨ ਖੋਲ੍ਹੇ ਸੀ ਕਿ ਨੋਰਡ 2 ਆ ਗਈ ਆ ਸਾਡੇ ਉਹਨਾਂ ਦੀਆਂ ਵੀ ਕੰਪਨੀਆਂ ਨਾ, ਮਤਲਬ ਉਹ ਕੰਪਨੀਆਂ ਵੀ ਜ਼ੋਰ ਪਾਉਂਦੀਆਂ ਕਿ ਤੁਸੀਂ ਜਿਹੜੀ ਨੋਰਡ 2 ਅਸੀਂ ਗੈਸ ਪਾਈਪਲਾਈਨ ਬਣਾਈ ਆ ਉਹਦੇ ਵਿੱਚੋਂ ਹੁਣ ਗੈਸ ਵੀ ਲਓ ਜੀ, ਤਾਂ ਹੀ ਅਸੀਂ ਪ੍ਰੋਫਿਟ ਬਣਾਵਾਂਗੇ। ਹਾਂਜੀ, ਤੁਸੀਂ ਹੁਣ ਅਮਰੀਕਾ ਦੇ ਕਹੇ ਤੇ ਉਹ ਗੈਸ ਬੰਦ ਕੀਤਾ, ਅਮਰੀਕਾ ਵਾਲੇ 30% ਜ਼ਿਆਦਾ ਲਾ ਕੇ ਭੇਜੀ ਜਾਂਦੇ ਸਾਨੂੰ। ਦੂਸਰਾ, ਉਹ ਉਹਨਾਂ ਨਹੀਂ ਭੇਜ ਸਕਦੇ ਜਿੰਨਾ ਇਸ ਗੈਸ ਪਾਈਪਲਾਈਨ ਰਾਹੀਂ ਉਹਨਾਂ ਨੇ ਰਸ਼ੀਆ ਨੇ ਭੇਜਣਾ ਸਾਨੂੰ। ਹਾਂਜੀ, ਕਿਉਂਕਿ ਉਹਨਾਂ ਦੀ ਇੰਡਸਟਰੀ ਨੂੰ ਗੈਸ ਦੀ ਤਾਂ ਆਇਲ ਦੀ ਲੋੜ ਹੈ ਜੀ। ਬਾਕੀ ਰਸ਼ੀਆ ਵਾਲੇ, ਚਾਈਨਾ ਵਾਲੇ ਐਡੀਆਂ ਵੱਡੀਆਂ ਮਾਰਕੀਟਸ ਆ, ਜੇ ਉਹ ਸਾਡੇ ਤੇ ਸੈਂਕਸ਼ਨ ਲਾ ਦੇਣ ਤਾਂ ਫਿਰ ਅਸੀਂ ਉਸ ਮਾਰਕੀਟ ਨੂੰ, ਐਡੀ ਵੱਡੀ ਮਾਰਕੀਟ ਤੋਂ ਬਿਨਾਂ ਕਿੱਦਾਂ ਗੁਜ਼ਾਰਾ ਕਰਾਂਗੇ ਜਿਨ੍ਹਾਂ ਦੇ ਵਿੱਚ ਚੀਜ਼ਾਂ ਅਸੀਂ ਵੇਚਦੇ ਹਾਂ। ਸੋ ਨੇਟੋ ਦੇ ਵਿੱਚ ਸਿਰਫ ਤੇ ਸਿਰਫ ਹਥਿਆਰਾਂ ਦੀ ਗੱਲ ਨਹੀਂ ਹੁੰਦੀ, ਉਹ ਇਹ ਵੀ ਦੇਖਦੇ ਕਿ ਆਰਥਿਕ ਹਿੱਤ ਸਾਡੇ ਕਿਹੜੇ ਆ, ਸਾਨੂੰ ਕਿਹੜੀ ਚੀਜ਼ ਹੈ ਜਿਹੜੀ ਫਾਇਦੇਮੰਦ ਆ, ਕਿਹੜੀ ਚੀਜ਼ ਆ ਜਿਹੜੀ ਨੁਕਸਾਨ ਕਰਦੀ ਹੈ। ਇੱਕ ਸਿੱਧਾ ਨੁਕਸਾਨ ਤਾਂ ਇਹ ਹੋ ਰਿਹਾ ਕਿ ਅਮਰੀਕਾ ਵਾਲੇ ਜ਼ੋਰ ਪਾ ਰਹੇ ਆ ਜਾਂ ਪੋਲੈਂਡ ਵਾਲੇ ਜ਼ੋਰ ਪਾ ਰਹੇ ਆ, ਤੁਸੀਂ ਸਾਨੂੰ ਵੈਪਨ ਦਿਓ, ਹਥਿਆਰ ਦਿਓ ਤੇ ਪੈਸੇ ਦਿਓ, ਪੈਸੇ ਹਰੇਕ ਹੀ ਮੰਗਣ ਲੱਗਾ ਜੀ। ਤੇ ਇਸ ਕਰਕੇ ਨੇਟੋ ਵਾਲੇ ਜਿਹੜੇ ਪਹਿਲਾਂ ਸੋਚਦੇ ਸੀ ਕਿ ਅਸੀਂ ਇੱਕ ਇਕੱਠੇ ਹੋ ਕੇ ਯੂਨਾਈਟਿਡ ਫਰੰਟ ਬਣਾ ਦੇਣਾ, ਰਸ਼ੀਆ ਦੇ ਖਿਲਾਫ ਯੂਕਰੇਨ ਨੂੰ ਆਰਮ ਕਰ ਦੇਣਾ, ਉਹਨਾਂ ਨੂੰ ਪੈਸੇ ਦੇ ਦੇਣੇ ਆ, ਹੁਣ ਉਹ ਅੱਧੇ ਹੋਏ ਪਏ ਆ ਜੀ। ਬਿਲਕੁਲ ਡਾਕਟਰ ਸਾਹਿਬ, ਅੱਜ ਹੈਗਾ ਫਰਾਈਡੇ ਵਾਲਾ ਦਿਨ ਤੇ ਫਰਾਈਡੇ ਨੂੰ ਤੁਸੀਂ ਸਾਨੂੰ ਕਹਾਣੀ ਸੁਣਾਉਂਦੇ ਹੁੰਦੇ ਹੋ। ਡਾਕਟਰ ਸਾਹਿਬ, ਸਾਨੂੰ ਕਹਾਣੀ ਸੁਣਾਓ। ਅੱਜ ਜੁਮੇ ਵਾਲਾ ਦਿਨ ਹੈ, ਕਹਾਣੀ ਸ਼ੁਰੂ ਕਰਦੇ ਹਾਂ। ਉਸ ਸਮੇਂ ਦੀ ਗੱਲ ਹੈ ਜਦੋਂ ਬਟਵਾਰਾ ਨਹੀਂ ਸੀ ਹੋਇਆ, ਅਜੇ ਸਾਂਝਾ ਪੰਜਾਬ ਸੀ ਤੇ ਚੜ੍ਹਦੇ ਪੰਜਾਬ ਦੇ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਹੈ, ਉਹਨਾਂ ਦੇ 4 ਬੱਚੇ ਹੈ, 4 ਮੁੰਡੇ ਆ, 2 ਕੁੜੀਆਂ ਹੈ ਤੇ ਠੀਕ ਠਾਕ ਹੀ ਜ਼ਮੀਨ ਸੀ, ਉਹ ਗੁਜ਼ਾਰਾ ਕਰਦਾ ਹੈ ਚੰਗਾ। ਪਰ ਛੋਟਾ ਮੁੰਡਾ ਜਦੋਂ 16-17 ਸਾਲਾਂ ਦਾ, ਕਹਿੰਦੇ ਅਸੀਂ ਪੰਜਾਬੀ 'ਚ ਕਹਿੰਦੇ ਨੇ ਮੁਸ਼ਫਟ ਗੱਭਰੂ ਹੋਇਆ। ਹਾਂਜੀ, ਤੇ ਉਹਦਾ ਕੱਦ ਕਾਠ ਚੰਗਾ, ਪਰ ਮਾਂ ਨੂੰ ਉਹਨੂੰ ਫਿਕਰ ਪੈ ਗਿਆ ਕਿ ਇਹਨੂੰ ਜਿੰਨੀ ਖੁਰਾਕ ਮਿਲਣੀ ਚਾਹੀਦੀ ਹੈ ਉਨੀ ਨਹੀਂ ਮਿਲਦੀ, ਵੀ ਇਹਨੂੰ ਕਿਤੇ ਕਲਕੱਤੇ ਵੱਲ, ਹਾਂਗਕਾਂਗ ਵੱਲ ਭੇਜਿਆ ਜਾਵੇ, ਖਰਿਆ ਉੱਥੇ ਚੰਗਾ ਖਾ ਕੇ ਚੰਗਾ ਬਣ ਜਾਵੇ। ਉਹ ਆਪਣੇ ਪਤੀ ਨਾਲ ਸਲਾਹਾਂ ਕਰਦੇ ਆ ਕਿ ਇਹ ਛੋਟੇ ਮੁੰਡੇ ਨੂੰ ਆਪਾਂ ਬਾਹਰ ਨੂੰ ਭੇਜ ਦਈਏ। ਫਿਰ ਉਹਨਾਂ ਦੇ ਮੁੰਡੇ ਦੇ ਮਾਮੇ ਦਾ, ਜਿਹੜਾ ਬਾਰ ਦੇ ਵਿੱਚ ਰਹਿੰਦਾ ਹੈ, ਬਾਰ ਦੇ ਵਿੱਚ ਪਹਿਲਾਂ ਤਾਂ ਔਖਾ ਸੀ ਉਹਨਾਂ ਨੂੰ, ਜਾ ਕੇ ਉਹਨਾਂ ਨੇ ਜੰਗਲ ਸਾਫ਼ ਕੀਤਾ ਜਿੱਥੇ ਅੱਜ ਕੱਲ੍ਹ ਫੈਸਲਾਬਾਦ ਵਗੈਰਾ ਹੈ, ਹੁਣ ਰਹਿੰਦੇ ਪੰਜਾਬ ਦੇ ਵਿੱਚ ਆ। ਤੇ ਉਸ ਤੋਂ ਬਾਅਦ ਜ਼ਮੀਨਾਂ ਖੁੱਲੀਆਂ ਦਿੱਤੀਆਂ, ਉਹਨਾਂ ਨੂੰ ਨਹਿਰਾਂ ਵਗਦੀਆਂ ਸੀ, ਉੱਥੇ ਨਹਿਰੀ ਪਾਣੀ ਸੀ, ਇਸ ਕਰਕੇ ਉਪਜਾਊ ਧਰਤੀ ਸੀ। ਉਹਦੇ ਮਾਮੇ ਦੀ ਚਿੱਠੀ ਆਈ ਕਿ ਮਾਮੇ ਦੇ ਇੱਕ ਤਾਂ ਵੱਡੀ ਗੱਲ ਸੀ ਕਿ ਉਹਦੇ ਔਲਾਦ ਹੈ ਨਹੀਂ ਸੀ, ਦੂਸਰਾ ਉਹਨਾਂ ਦੇ ਇਹ ਪਤਾ ਸੀ ਕਿ ਮਾਮੇ ਦਾ ਗੁਜ਼ਾਰਾ ਚੰਗਾ ਹੁੰਦਾ, ਉਹਦੇ ਹਵੇਲੀਆਂ ਆ, ਮਾਮਾ ਚੌਧਰੀ ਬਣਿਆ ਹੈ ਪਿੰਡ ਦਾ, ਮਾਮੇ ਨੇ ਬੂਰੀਆਂ ਰੱਖੀਆਂ ਆ, ਮਾਮੇ ਦੀ ਪੂਰੀ ਟੌਰ ਆ। ਤੇ ਭੈਣ ਨੇ ਸੋਚਿਆ ਵੀ ਇੱਕ ਤਾਂ ਇਹਦੇ ਔਲਾਦ ਹੈ ਨਹੀਂ, ਦੂਜਾ ਇਹ ਕਹਿੰਦਾ ਵੀ ਮੁੰਡੇ ਮੇਰੇ ਕੋਲ ਭੇਜ ਦਿਓ ਕੋਈ, ਤੇ ਉਹਨੂੰ ਕੰਮਕਾਰ ਦੀ ਲੋੜ ਹੋਣੀ ਪੈਂਦੀ ਆ, ਤੇ ਸ਼ਾਇਦ ਬਾਅਦ ਦੇ ਵਿੱਚ ਇਹ ਮੁੰਡੇ ਨੂੰ ਆਪਣੀ ਜ਼ਮੀਨ ਹੀ ਦੇ ਜਾਵੇ, ਇਹ ਵੀ ਲਾਲਚ ਸੀ, ਮਨ 'ਚ ਲਾਲਚ ਆ ਗਿਆ, ਮਨ ਦੇ ਵਿੱਚ ਪੂਰਾ ਲਾਲਚ। ਉਹਨਾਂ ਨੇ ਤਿਆਰੀ ਕਰਕੇ ਤੇ ਸਲਾਹ ਕਰਕੇ ਉਹ ਛੋਟੇ ਮੁੰਡੇ ਨੂੰ ਮਾਮੇ ਦੇ ਕੋਲ ਭੇਜ ਦਿੱਤਾ। ਹੁਣ ਬਰਨਾਲੇ ਤੋਂ ਕਿੱਥੇ ਬਾਹਰ, ਕਿੱਥੇ ਬਰਨਾਲਾ, ਉਹ ਜਾ ਕੇ
ਪਰ ਮੁੰਡੇ ਦਾ ਵੀ ਪਹਿਲਾਂ ਔਖਾ ਲੱਗਾ ਉਹਨੂੰ, ਤੇ ਖਾਣ ਪੀਣ ਨੂੰ ਚੰਗਾ ਸੀ ਉੱਥੇ। ਵਾਕਈ ਮਾਮੇ ਦੇ ਬਹੁਤ ਬੂਰੀਆਂ ਬੰਨੀਆਂ ਸੀ। ਮੁਰਗੇ ਤੁਰੇ ਫਿਰਦੇ ਆ, ਮੁਰਗੀਆਂ ਆ, ਆਂਡੇ ਖਾਣ ਨੂੰ ਆ, ਦੁੱਧ ਘਿਓ ਪੀਣ ਨੂੰ ਆ। ਪਰ ਮਾਮੇ ਦੀ ਇੱਕ ਗੱਲ ਸੀ ਕਿ ਮਾਮਾ ਲਾਲਚੀ ਬਹੁਤ ਸੀ। ਉਹ ਹਮੇਸ਼ਾ ਕੰਮ ਤੇ ਹੀ ਲੱਗਾ ਰੱਖਦਾ ਸੀ। ਖਾਣ ਪੀਣ ਨੂੰ ਪੂਰਾ ਦਿੰਦਾ ਸੀ, ਪਰ ਕੰਮ ਵੀ ਪੂਰਾ ਕਰਾਉਂਦਾ ਸੀ। ਉਹਨੇ ਹਲ ਵਾਹ ਕੇ ਹਟਣਾ, ਚੱਲ ਪੱਠੇ ਪਾ, ਚੱਲ ਸੁਆਗਾ ਕਰਿਆ, ਚੱਲ ਪਾਣੀ ਲਾਇਆ। ਉਹਨੂੰ ਬੈਠਣ ਹੀ ਨਹੀਂ ਦਿੰਦਾ। ਉਹਦੀ ਇੱਕ ਗੱਲ ਥੋੜੀ ਜਿਹੀ ਐਂਟਰਟੇਨਮੈਂਟ ਜਿੱਦਾਂ ਪਿੰਡਾਂ ਦੇ ਵਿੱਚ ਇੰਨੀ ਕੁ ਹੀ ਹੁੰਦੀ ਹੈ, ਮਨੋਰੰਜਨ ਉਹਦੀ ਇੰਨੀ ਸੀ ਕਿ ਪਿੰਡ ਨੂੰ ਆਥਣੇ ਨੂੰ ਜਾ ਕੇ ਪਿੰਡ ਦੀ ਢਾਣੀ ਦੇ ਵਿੱਚ ਸੱਥ ਦੇ ਵਿੱਚ ਬਹਿ ਲੈਂਦਾ ਸੀ। ਉੱਥੇ ਮੁੰਡੇ ਖੁੰਡੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਸੀ, ਸ਼ੁਗਲ ਪਾਣੀ ਕਰ ਲੈਂਦੇ ਸੀ ਇੱਕ ਦੂਜੇ ਨਾਲ। ਇੰਨੇ ਕੁ ਦੇ ਨਾਲ ਉਹਦਾ ਥੋੜਾ ਜਿਹਾ ਜੀ ਲੱਗਾ। ਪਹਿਲਾਂ ਤਾਂ ਉਹ ਨੱਠਣ ਨੂੰ ਫਿਰਦਾ ਸੀ ਉੱਥੋਂ ਕਿ ਵਾਪਸ ਆਪਣੇ ਘਰ ਜਾਵਾਂ, ਕਿੱਥੇ ਮਾਂ ਪਿਓ ਨੇ ਤੇ ਕਿੱਥੇ ਮਾਮਾ ਮਾਮੀ। ਦੇਖੋ ਮਾਂ ਪਿਓ ਦੇ ਘਰ ਤਾਂ ਕਹਿ ਲਓ ਕਿ ਲਾਡਾਂ ਦੇ ਨਾਲ ਪਾਲਿਆ ਹੋਣਾ, ਕੋਈ ਕੰਮ ਤਾਂ ਲਾਉਂਦੇ ਨਹੀਂ ਹੋਣੇ। ਹੁਣ ਮਾਮੇ ਦਾ ਏਦਾਂ ਹੁੰਦਾ ਵੀ ਉਹਨਾਂ ਦੇ ਨਾਲ ਜੇ ਤੁਸੀਂ ਨਹੀਂ ਵੀ ਕੰਮ ਕਰਨਾ, ਤੁਸੀਂ ਮਾਂ ਨੂੰ ਕਹਿ ਦੋ ਤਾਂ ਉਹ 36 ਬਹਾਨੇ ਤੁਹਾਡੇ ਦੇ ਘੜ ਦਿੰਦੀ ਹੈ। ਨਾਲੇ ਜੇ ਪਿਓ ਕੋਈ ਸਵਾਲ ਵੀ ਕਰੇ ਤਾਂ ਮਾਂ ਉੱਥੇ ਵੀ ਹੈਂਡਲ ਕਰ ਲੈਂਦੀ ਹੈ। ਤੇ ਮਾਂ ਦੀਆਂ ਗਾਲਾਂ ਕਹਿੰਦੇ ਘਿਓ ਦੀਆਂ ਨਾਲਾਂ, ਤੇ ਜੇ ਉਹ ਕਰਦੀ ਵੀ ਆ ਥੋੜਾ ਜਿਹਾ ਸਖਤੀ ਤਾਂ ਉਹ ਵੀ ਤੁਹਾਡੇ ਹਿੱਤ ਦੇ ਵਿੱਚ ਹੀ ਕਰਦੀ ਹੈ। ਹਾਂਜੀ। ਤਾਂ ਉਹਨੂੰ ਮਿਸ ਵੀ ਕਰਦਾ ਸੀ। ਪਰ ਅਗਲੇ ਇੱਕ ਦੋ ਸੀਜ਼ਨਾਂ ਤੋਂ ਬਾਅਦ ਮਾਮੇ ਨੇ ਸੋਚਿਆ ਕਪਾਹ ਲਾਈ ਜਾਵੇ। ਕਪਾਹ ਚੰਗੀ ਸੀ, ਕਾਫੀ ਮੁਰੱਬੇ ਸੀ ਮਾਮੇ ਦਾ ਕੰਮ ਚੰਗਾ ਸੀ, ਪਿੰਡ ਦਾ ਚੌਧਰੀ ਸੀ। ਤਾਂ ਕਾਮਿਆਂ ਦੀ ਕਲੋਨੀ ਦੇ ਵਿੱਚੋਂ, ਕਾਮਿਆਂ ਦੇ ਪਾਸੇ ਚੋਂ ਉੱਥੇ ਕੁਝ ਔਰਤਾਂ ਜਿਹੜੀਆਂ ਕਪਾਹ ਚੁਗਣ ਆਉਂਦੀਆਂ ਸੀ, ਉਹਨਾਂ ਦੇ ਵਿੱਚੋਂ ਇੱਕ ਨਰਗਸ ਕਾਮਿਆਂ ਦੇ ਏਰੀਏ ਦੇ ਵਿੱਚੋਂ ਉਹਨੂੰ ਠੇਕਾ ਦਿੱਤਾ ਸੀ। ਠੇਕਾ ਕਹਿ ਲਓ ਉਹਨੂੰ ਹੈੱਡ ਬਣਾਇਆ ਸੀ ਕਿ ਤੂੰ ਬਾਕੀ ਦੀਆਂ ਔਰਤਾਂ ਨੂੰ ਵੀ ਨਾਲ ਲੈ ਕੇ ਆਉਣਾ ਹੈ। ਉਹਨੇ 10-12 ਔਰਤਾਂ ਰੋਜ਼ ਲਿਆਉਣੀਆਂ ਤੇ ਆ ਕੇ ਉਹਨਾਂ ਦੇ ਕਪਾਹ ਚੁਗਣੀ। ਤੇ ਕਪਾਹ ਚੁਗਣੀ ਉਹ ਜਿਹੜਾ ਮੁੰਡਾ ਆਇਆ ਸੀ ਚੜ੍ਹਦੇ ਪੰਜਾਬ ਦਾ ਬੁੱਧੂ, ਉਹਦੀ ਹੰਨਣ ਤਾਨਣ ਸੀ। ਉਹਨੇ ਜਾ ਕੇ ਫਿਰ ਨਾਲ ਕਪਾਹ ਚੁਗਾਉਣ ਲੱਗ ਪੈਣਾ, ਉਹਦੇ ਪਾਣੀ ਲੈ ਕੇ ਚਲ ਜਾਣਾ, ਕਦੇ ਚਾਹ ਲੈ ਕੇ ਚਲ ਜਾਣਾ। ਤੇ ਫਿਰ ਉਹਦਾ ਵੀ ਦਿਲ ਲੱਗਣ ਲੱਗ ਪਿਆ। ਤਾਂ ਫਿਰ ਮਾਮੀ ਨੂੰ ਕਹਿ ਕੇ ਥੋੜਾ ਜਿਹਾ ਵੀ ਇਹਨੂੰ ਪਰਮਾਨੈਂਟ ਹੀ ਰੱਖ ਲਓ ਤਾਂ ਇੱਥੇ ਦਿਲ ਲੱਗਾ। ਉਹਨਾਂ ਨੇ ਫਿਰ ਉਹਨੂੰ ਹਵੇਲੀ ਰੱਖ ਲਿਆ, ਚਲੋ ਗੋਹਾ ਕੂੜਾ ਕਰਦੀ ਹੈ। ਪਰ ਉਹ ਸੋਹਣੀ ਬੜੀ। ਤੇ ਉਹਨੂੰ ਫਿਰ ਮੁੰਡੇ ਜਿਹੜੇ ਮੁਸ਼ਫਟ ਗੱਭਰੂ ਨੂੰ ਇਹ ਸਭ ਤੋਂ ਵੱਡਾ ਸਕੂਨ ਇਸ ਗੱਲ ਦਾ ਹੁੰਦਾ ਕਿ ਢਾਣੀ ਦੇ ਵਿੱਚ ਜਾ ਕੇ ਦੱਸਣਾ ਵੀ ਨਰਗਸ ਮੇਰੇ ਨਾਲ ਆ। ਹਾਂਜੀ। ਤੇ ਉਹ ਜ਼ਿਆਦਾ ਮਜ਼ਾ ਆਉਂਦਾ ਉਹਨੂੰ ਗੱਲਾਂ ਦਾ। ਤਾਂ ਉਹਨਾਂ ਨੇ ਗੱਲਾਂ ਸੁਣਨੀਆਂ ਵੀ ਅੱਜ ਚੂਰੀ ਲੈ ਕੇ ਆਈ ਆ, ਅੱਜ ਮੇਰੇ ਲਈ ਉਹਨੇ ਕੜਾਹ ਬਣਾ ਕੇ ਲੈ ਕੇ ਆਈ, ਅੱਜ ਖੀਰ ਬਣਾ ਕੇ ਲੈ ਕੇ ਆਈ, ਅੱਜ ਮੇਰੇ ਲਈ ਕੁੜਤਾ ਸੀ ਕੇ ਲੈ ਕੇ ਆਈ ਹੈ, ਅੱਜ ਮੇਰੇ ਲਈ ਪਜਾਮਾ ਸੀ ਕੇ ਲੈ ਕੇ ਆਈ ਹੈ। ਉਹਨਾਂ ਦੀ ਨਰਗਸ ਦੀ ਬਰਾਦਰੀ ਦਾ ਕੋਈ ਅਰਸ਼ਾਦ ਮੁੰਡਾ ਹੁੰਦਾ ਸੀ ਜਿਹੜਾ ਪਿੰਡ ਦਾ ਬੁੱਚੜ ਸੀ, ਬੱਕਰਾ ਕੱਟ ਕੇ ਵੇਚਦਾ ਹੁੰਦਾ ਸੀ। ਔਰ ਉਹਨੇ ਉਹੀ ਢਾਣੀ ਜਿਹੜੀ ਉਹਦੇ ਕੋਲ ਮੁੰਡੇ ਬੁੱਧੂ ਕੋਲ ਬਹਿੰਦੀ ਹੁੰਦੀ ਸੀ, ਉਹਨਾਂ ਨੇ ਫਿਰ ਅਰਸ਼ਾਦ ਨਾਲ ਵੀ ਗੱਲਾਂ ਕਰਨੀਆਂ ਵੀ ਤੇਰੀ ਜਿਹੜੀ ਬਰਾਦਰੀ ਕੁੜੀ ਆ ਤੇ ਲਈ ਫਿਰਦਾ ਏ। ਹਾਂਜੀ। ਤੇ ਮਾਰ ਤੂੰ ਹੀ ਡੋਲੇ ਪਾ ਥੋੜੇ ਜਿਹੇ। ਉਹ ਕਹਿੰਦਾ ਡੋਰੇ ਪਾਉਣ ਵਾਲਾ ਤਾਂ ਹੈ ਨਹੀਂ, ਇਹ ਜ਼ਿਮੀਦਾਰ ਹੈ, ਇਹ ਚੌਧਰੀ ਹੈ, ਤਕੜੇ ਆ ਬੰਦੇ। ਪਰ ਫੇਰ ਵੀ ਆਪਣੀ ਮਾਂ ਨੂੰ ਭੇਜਦਾ। ਉਹਨੇ ਆਪਣੀ ਮਾਂ ਨੂੰ ਭੇਜਿਆ ਵੀ ਨਰਗਸ ਦੀ ਮਾਂ ਨਾਲ ਗੱਲਬਾਤ ਕਰ, ਖਰਿਆ ਮੰਨੀ ਜਾਵੇ, ਆਪਣੀ ਬਰਾਦਰੀ ਦੀ ਇਹ ਕੁੜੀ ਆ। ਹਾਂਜੀ। ਮੇਰੇ ਨਾਲ ਰਿਸ਼ਤਾ ਹੋ ਜਾਊਗਾ, ਵਿਆਹ ਹੋ ਜਾਊਗਾ, ਆਰਾਮ ਨਾਲ ਰਵਾਂਗੇ। ਹੁਣ ਤਾਂ ਮੇਰਾ ਕਾਰੋਬਾਰ ਵੀ ਆ ਜੀ। ਆਪਣੇ ਇਹ ਕਹਿੰਦੇ ਨੇ ਮੁੰਡਾ ਕਾਰੋਬਾਰ ਕੀ ਕਰਦਾ? ਹਾਂਜੀ। ਕਾਰੋਬਾਰ ਕਹਿੰਦਾ ਕਰਦਾ, ਹੁਣ ਤਾਂ ਦੁਕਾਨ ਆ ਪਿੰਡ ਦੇ ਵਿੱਚ। ਦੁਕਾਨ ਕਾਹਦੀ ਹੈ? ਦੁਕਾਨ ਬੱਕਰਾ ਆ। ਬੱਕਰਾ ਜੇ ਵਿਕ ਜਾਂਦਾ ਸੀ ਪੂਰਾ ਤਾਂ ਠੀਕ ਹੈ, ਨਹੀਂ ਤਾਂ ਬਾਕੀ ਕੁੱਤਿਆਂ ਨੂੰ ਪਾਉਂਦਾ ਸੀ। ਪਿੰਡ ਛੋਟਾ ਜਿਹਾ ਸੀ, ਪਿੰਡ ਦੇ ਵਿੱਚ ਸਾਰਾ ਬੱਕਰਾ ਵੀ ਕਈ ਨਹੀਂ ਵਿਕਦਾ। ਹਾਂਜੀ। ਸੋ ਇੰਨਾ ਭਾਵੇਂ ਪ੍ਰੋਫਿਟੇਬਲ ਨਹੀਂ ਵੀ ਸੀ, ਪਰ ਦੁਕਾਨ ਤਾਂ ਸੀ ਨਾ ਉਹਦੀ, ਕੰਮ ਤਾਂ ਸੀ ਉਹਦੇ ਕੋਲ ਕੁਛ। ਤਾਂ ਉਹਦੀ ਮਾਂ ਨੇ ਵੀ ਜਾ ਕੇ ਨਰਗਸ ਦੀ ਮਾਂ ਦਾ ਸਿਰ ਝੱਸਣਾ ਸ਼ੁਰੂ ਕਰ ਦਿੱਤਾ, ਉਹਦੇ ਭਾਂਡੇ ਸਾਫ਼ ਕਰਨੇ ਸ਼ੁਰੂ ਕਰਤੇ, ਹੌਲੀ ਹੌਲੀ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਨਰਗਸ ਦੇ ਵਿਆਹ ਬਾਰੇ ਸੋਚਿਆ ਜਾਂ ਨਹੀਂ ਸੋਚਿਆ। ਉਹ ਕਹਿੰਦੀ ਵੀ
ਹਾਲੇ ਤਾਂ ਨਿਆਣੀ ਆ, 16-17 ਸਾਲਾਂ ਦੀ ਹੋਈ ਆ, ਪੈਸੇ 4 ਹੋ ਜਾਣ ਫਿਰ ਅਗਲੇ ਸਾਵਣ ਭਾਦੋਂ ਨੂੰ ਦੇਖਾਂਗੇ। ਉਹਨੂੰ ਹੌਲੀ ਹੌਲੀ ਉਹਨਾਂ ਦੇ ਨਾਲ ਨਰਗਸ ਦੀਆਂ ਗੱਲਾਂ ਕਰਨੀਆਂ, ਹੌਲੀ ਹੌਲੀ ਅਰਸ਼ਾਦ ਦੀਆਂ ਸਿਫਤਾਂ ਕਰਨੀਆਂ ਕਿ ਮੁੰਡਾ ਚੰਗਾ ਆ। ਉਹਨੇ ਰਸਤਾ ਬਣਾਉਣਾ ਸ਼ੁਰੂ ਕਰਤਾ। ਉਹਨੇ ਰਾਸਤਾ ਬਣਾਉਣਾ ਸ਼ੁਰੂ ਕਰ ਦਿੱਤਾ। ਤੇ ਉਧਰੋਂ ਅਰਸ਼ਾਦ ਨੇ ਕਿਹਾ ਢਾਣੀ ਵਾਲਿਆਂ ਨੂੰ ਵੀ ਗੱਲ ਬਣਦੀ ਲੱਗਦੀ ਆ ਮੇਰੀ। ਤੇ ਇਹਨੇ ਫਿਰ ਨਰਗਸ ਨੂੰ ਉਹਨੂੰ ਪਤਾ ਲੱਗ ਗਿਆ ਵੀ ਮਾਂ ਮੇਰੀ ਹੌਲੀ ਹੌਲੀ ਗੱਲਾਂ ਅਰਸ਼ਾਦ ਦੀਆਂ ਕਰਦੀ ਆ, ਇੱਕ ਹੈਗਾ ਮੇਰੀ ਬਰਾਦਰੀ ਦਾ, ਤੇ ਇਹ ਕਿਤੇ ਸਾਡਾ ਕੰਮ ਖਰਾਬ ਹੀ ਨਾ ਕਰ ਦੇਵੇ। ਨਰਗਸ ਦਾ ਦਿਲ ਵੀ ਉਹਦੇ ਤੇ ਆਇਆ ਹੋਇਆ ਸੀ, ਦੂਸਰੇ ਮੁੰਡੇ ਤੇ। ਉਹਦਾ ਵੀ ਮੁੰਡੇ ਉਹਦੇ ਲਈ ਵੀ ਬੁੱਧੂ ਹੀ ਸੀ। ਉਹਨੇ ਫਿਰ ਉਹਨਾਂ ਜਾ ਕੇ ਕੀਤੀ ਬੁੱਧੂ ਨਾਲ ਗੱਲ ਕਿ ਭਾਈ ਤੂੰ ਸਾਰੀ ਉਮਰ ਕੁੜਤੇ ਸਮਾਈ ਜਾਣੇ, ਪਜਾਮੇ ਸਮਾਈ ਜਾਣੇ, ਕਦੇ ਹੋਰ ਵੀ ਸੋਚਿਆ ਕੁਛ? ਹੁਣ ਅੱਜ ਨਹੀਂ ਤਾਂ ਕੱਲ ਨੂੰ ਮੇਰਾ ਵਿਆਹ ਕਰ ਦੇਣਾ ਜੀ। ਤੇ ਜਿਹੜਾ ਸ਼ਾਦ ਆ ਉਹਦੀ ਮਾਂ ਮੇਰੇ ਘਰ ਰੋਜ਼ ਆਉਂਦੀ ਆ, ਇਸ ਕਰਕੇ ਪਤਾ ਵੀ ਕੋਈ ਨਹੀਂ ਮਾਂ ਬਾਪ ਦਾ। ਜੇ ਮੈਨੂੰ ਉਹਨਾਂ ਨੇ ਮੰਗ ਦਿੱਤਾ ਮੈਂ ਕੀ ਕਰੂੰਗੀ? ਫਿਰ ਉਹਨੇ ਜਾ ਕੇ ਕਹਿੰਦਾ ਗੱਲ ਤਾਂ ਤੇਰੀ ਠੀਕ ਆ। ਉਹਨੂੰ ਆਪ ਤਾਂ ਸੋਚਣ ਵਾਲਾ ਬੁੱਧੂ ਹੀ ਸੀ। ਉਹਨੇ ਜਾ ਕੇ ਢਾਣੀ ਦੇ ਕੋਲ ਗੱਲ ਕੀਤੀ, ਕਹਿੰਦਾ ਵੀ ਨਰਗਸ ਨੂੰ ਫਿਕਰ ਪਿਆ ਆ ਕਿਤੇ ਵਿਆਹ ਨਾ ਕਰ ਦੇਣ ਮੇਰਾ। ਉਹ ਕਹਿੰਦੇ ਉਹ ਤੂੰ ਚੜ੍ਹਦੇ ਪੰਜਾਬ ਤੋਂ ਆਇਆ ਆ, ਕਿੱਥੇ ਬਾਹਰ ਕਿੱਥੇ ਬਰਨਾਲਾ, ਇਹਨੂੰ ਲੈ ਕੇ ਨੱਠ ਜਾ ਤੂੰ। ਮਤਲਬ ਕਿ ਉਹਨੂੰ ਪੂਰੀ ਭੜਕਾ ਦਿੱਤਾ, ਉਹਦੇ ਚ ਹਵਾ ਭਰਤੀ ਤੇ ਉਹਨੂੰ ਅਕਲ ਵੀ ਦਿੱਤੀ ਨਾ ਵੀ ਤੂੰ ਚੱਲ ਜਾ ਇੱਥੋਂ, ਨਹੀਂ ਤਾਂ ਇੱਥੇ ਤਾਂ ਇਹਦਾ ਅਰਸ਼ਾਦ ਨਾਲ ਵਿਆਹ ਕਰ ਹੀ ਦੇਣਾ, ਉਹ ਤਾਂ ਉਹਦੀ ਬਰਾਦਰੀ ਦੀ ਹੈ। ਹਾਂਜੀ, ਤੂੰ ਜੇ ਜਾਣਾ ਤਾਂ ਇੱਥੋਂ ਚੱਲ ਜਾ, ਨਾਲੇ ਕੋਈ ਰਿਸ਼ਤੇਦਾਰ ਹੋਣਾ ਹੀ ਆ, ਮਾਸੀ ਹੋਣੀ ਭੂਆ ਹੋਣੀ, ਜਿੱਥੇ ਰਹੀ ਜਾ। ਉਹਨੇ ਗੱਲ ਸੋਚੀ, ਬੁੱਧੂ ਸੀਗਾ ਤਾਂ ਬੁੱਧੂ ਹੀ, ਪਰ ਫਿਰ ਵੀ ਉਹਨੇ ਸੋਚਿਆ ਮਾਸੀ ਭੂਆ ਦੇ ਜੇ ਚੱਲ ਜਾਊਗਾ ਤਾਂ ਕੋਈ ਨਾ ਤਾਂ ਮੈਨੂੰ ਕਰਨ ਲੱਗੇ। ਉਹਨਾਂ ਦਿਨਾਂ ਦੇ ਵਿੱਚ ਜਾ ਕੇ ਹੌਲੀਡੇ ਦੇ ਤਾਂ ਰਹਿ ਨਹੀਂ ਸਕਦੇ ਸੀ। ਹਾਂਜੀ, ਇਹਨਾਂ ਰਿਸ਼ਤੇਦਾਰਾਂ ਦੇ ਰਹਿਣਾ ਹੁੰਦਾ ਜੀ। ਫਿਰ ਉਹਨੇ ਸੋਚਿਆ ਵੀ ਮਾਂ ਬਾਪ ਦੇ ਵਿੱਚੋਂ ਬਾਪੂ ਥੋੜਾ ਜਿਹਾ ਔਖਾ ਹੋਊਗਾ, ਮਾਂ ਤਾਂ ਹੌਲੀ ਹੌਲੀ ਪਿਘਲ ਜਾਂਦੀ ਹੈ, ਕੋਈ ਗੱਲ ਨਹੀਂ। ਤਾਂ ਬਾਕੀ ਭਰਾ ਜਿਹੜੇ ਆ ਉਹ ਵਿਆਹੇ ਆ, ਉਹਨਾਂ ਦੀ ਵਹੁਟੀਆਂ ਨੇ ਮੱਤ ਮਾਰੀ ਹੈ, ਤਾਂ ਉਹਨਾਂ ਨੇ ਮੈਨੂੰ ਕੁਛ ਨਹੀਂ ਕਹਿਣਾ। ਫਿਰ ਉਹ ਆ ਕੇ ਨਰਗਸ ਨੂੰ ਕਹਿੰਦਾ ਵੀ ਚੱਲ ਇੱਥੋਂ ਚੱਲਦੇ ਆ ਚੜ੍ਹਦੇ ਪੰਜਾਬ ਨੂੰ, ਉੱਥੇ ਜਾ ਕੇ ਫਿਰ ਕਰ ਲੈਂਦੇ ਵਿਆਹ, ਰੁਪਈਆ ਦੇਵਾਂਗੇ ਕਿਸੇ ਰਿਸ਼ਵਤ ਦਾ, ਰੁਪਈਏ ਦੇ ਵਿੱਚ ਵਿਆਹ ਕਰ ਦੇਣਾ ਕਿਸੇ ਨੇ ਜੀ। ਉਹਨਾਂ ਨੇ ਸਲਾਹ ਬਣਾ ਲਈ ਕਿ ਨਰਗਸ ਕਹਿੰਦੀ ਵੀ ਏਦਾਂ ਕਰਦੇ ਆ ਜਿੱਦਾਂ ਮੌਲਵੀ ਦੀ ਵਾਂਗੋਂ ਪਹਿਲਾਂ ਹੀ ਮੈਂ ਉੱਠ ਕੇ ਆ ਜਾਊਂਗੀ ਤਿਆਰੀ ਤਿਊਰੀ ਕਰਕੇ, ਰਾਤ ਨੂੰ ਮੈਂ ਹੀ ਬੈਠੀ ਹੁੰਦੀ ਰਸੋਈ ਦੇ ਵਿੱਚ, ਮੈਂ ਪਹਿਲਾਂ ਹੀ ਪਰੌਂਠੇ ਬਣਾ ਕੇ ਰੱਖ ਲਵਾਂਗੀ ਤੇ ਰਾਹ ਦੇ ਵਿੱਚ ਖਾਂਦੇ ਜਾਵਾਂਗੇ। ਮੈਂ ਆ ਕੇ ਉਹ ਉਹਨਾਂ ਦੀ ਹਵੇਲੀ ਦੇ ਵਿੱਚ ਜਿੱਥੇ ਸੌਂਦਾ ਹੁੰਦਾ ਸੀ, ਉਹ ਬਿਲਕੁਲ ਡਿਉੜੀ ਦੇ ਉੱਪਰ, ਅੱਗੇ ਲੋਕ ਕੋਠਿਆਂ ਤੇ ਸੌਂਦੇ ਹੁੰਦੇ ਸੀ, ਉੱਪਰ ਛੱਤਾਂ ਤੇ ਸੌਂਦੇ ਸੀ, ਡਿਉੜੀ ਦੀ ਛੱਤ ਤੇ ਸੌਂਦਾ ਹੁੰਦਾ ਸੀ। ਉਹ ਕਹਿੰਦੀ ਵੀ ਤੂੰ ਆਪਣੇ ਪੈਰ ਦੇ ਗੂਠੇ ਨੂੰ ਇੱਕ ਸੇਬਾ ਬੰਨ ਲਾ, ਤਾਂ ਉਹ ਜਿਹੜਾ ਸੇਬਾ ਆ ਉਹ ਗਲੀ ਦੇ ਵਿੱਚ ਲਟਕਾ ਦੇ, ਆ ਕੇ ਥੱਲੇ ਮੈਂ ਸੇਬਾ ਖਿੱਚੂੰਗੀ ਤਾਂ ਉਦੋਂ ਉੱਠ ਕੇ ਆ ਜਾਈਂ ਮੇਰੇ ਕੋਲ। ਸਕੀਮ ਦੇਖੋ ਕਿੰਨੀ ਵਧੀਆ ਲਾਈ ਹੈ ਨਾ, ਵੀ ਉਹਨੂੰ ਗੁੱਠੇ ਨੂੰ ਸੇਬਾ ਬੰਨ ਦਿੱਤਾ, ਥੱਲੇ ਆ ਕੇ ਖਿੱਚ ਕੇ ਚੁਕਾ ਦੂ। ਉਹਨੇ ਜਾ ਕੇ ਫਿਰ ਢਾਣੀ ਨੂੰ ਵੀ ਦੱਸਿਆ ਵੀ ਬਈ ਅੱਜ ਤਾਂ ਆਖਰੀ ਦਿਨ ਹੀ ਆ, ਕੱਲ ਨੂੰ ਮੈਨੂੰ ਨੱਠ ਜਾਣਾ ਇੱਥੋਂ। ਢਾਣੀ ਨਾਲ ਹਰ ਗੱਲ ਸ਼ੇਅਰ ਕਰਨੀ। ਉਹ ਕਹਿੰਦੇ ਚੰਗਾ ਵੀ ਕਿਤੇ ਕਿਸਮਤ ਹੋਈ ਤਾਂ ਮਿਲਾਂਗੇ। ਉਹ ਆ ਕੇ ਬਹਿ ਗਿਆ, ਉਹਨੇ ਅੰਗੂਠੇ ਦੇ ਨਾਲ ਸੇਬਾ ਬੰਨਿਆ, ਸੌਂ ਗਿਆ। ਸੇਬਾ ਜਿਹੜਾ ਸੀ ਬੀਹੀ ਦੇ ਵਿੱਚ ਗਲੀ ਦੇ ਵਿੱਚ ਲਮਕਾਤਾ। ਤਾਂ ਦੂਸਰਾ ਦਿਨ ਸਵੇਰਾ ਹੋਇਆ ਤੇ ਸਵੇਰੇ ਪਤਾ ਲੱਗਾ ਜਦੋਂ ਸੁੱਤੇ ਉੱਠੇ ਨਰਗਸ ਤਾਂ ਅਰਸ਼ਾਦ ਦੇ ਨਾਲ ਨੱਠ ਗਈ। ਇਹ ਚੋਰਾਂ ਨੂੰ ਮੋਰ ਕਿੱਥੋਂ ਪੈ ਗਏ? ਉਹ ਸਾਰੇ ਪਿੰਡ ਦੇ ਵਿੱਚ ਗੱਲਾਂ ਹੋਣੀਆਂ। ਮੁੰਡਾ ਹੁਣ ਬੁੱਧੂ ਜਿਹੜਾ ਆ ਉਹ ਪੱਠੇ ਪਾਉਣ ਲੱਗਾ ਆ ਪਸ਼ੂਆਂ ਨੂੰ, ਤਾਂ ਪਿੰਡ ਦੇ ਮੁੰਡੇ ਜਾ ਕੇ ਉਹਨੂੰ ਪੁੱਛਦੇ ਆ, ਉਹ ਭਾਈ ਰਾਤੀ ਤਾਂ ਤੂੰ ਕਹਿ ਕੇ ਆਇਆ ਨਰਗਸ ਨੇ ਤੇਰੇ ਨਾਲ ਜਾਣਾ ਸੀ, ਗੁੱਡ ਬਾਏ ਵੀ ਬੋਲ ਕੇ ਆਇਆ ਸਾਰਿਆਂ ਨੂੰ। ਉਹ ਕਹਿੰਦਾ ਆਈ ਤਾਂ ਸੀ, ਉਹਨੇ ਸੇਬਾ ਵੀ ਖਿੱਚਿਆ, ਮੈਂ ਹੀ ਨਹੀਂ ਉੱਠਿਆ, ਮੈਂ ਸੋਚਿਆ ਮਾਮਾ ਹਲਾਂ ਨੂੰ ਜਗਾਉਂਦਾ। ਫਿਰ ਉਹ ਅਰਸ਼ਾਦ ਨਾਲ ਨੱਠ ਗਈ। ਇਹਦਾ ਫਿਰ ਸ਼ਾਇਦ ਰਾਂਝੇ ਨਾਲ ਵੀ ਏਦਾਂ ਹੀ ਹੋਇਆ ਹੋਵੇ, ਉਹ ਹੀਰ ਜਗਾਉਂਦੀ ਹੋਣੀ ਆ, ਉਹ ਸੋਚਦਾ ਹੋਊਗਾ ਮੱਝ ਕੰਨ ਚੱਟਦੀ ਆ।
ਦੇਖਿਓ ਸਾਡੇ ਖੇਡ ਇਹਨਾਂ ਨੂੰ ਟਕੇ ਹੋਣੀ। ਤੁਸੀਂ ਦੇਖੋ ਵਿਚਾਰੇ ਬੁੱਧੂ ਰਾਮ ਦੇ ਨਾਲ ਕਿੰਨੀ ਜ਼ਿਆਦਾ ਮਾੜੀ ਹੋਈ, ਸੁਪਨੇ ਉਹ ਸਜਾਉਂਦਾ ਰਿਹਾ ਹੈ ਨਾ, ਚੋਲ ਮੋਲ ਜਿਹਾ ਉਹ ਕਰਦਾ ਰਿਹਾ ਤੇ ਐਂਡ ਦੇ ਵਿੱਚ ਵਿਚਾਰਾ ਖਾਲੀ ਹੱਥ ਰਹਿ ਗਿਆ। ਮਾਮਾ ਹਲਾਂ ਨੂੰ ਜਗਾਉਂਦਾ। ਡਾਕਟਰ ਸਾਹਿਬ ਇਸ ਦੇ ਨਾਲ ਹੀ ਅੱਜ ਦਾ ਵਿਚਾਰ ਵੀ ਦੱਸ ਦਿਓ। ਕਹਿੰਦੇ ਸ਼ਰੀਫ ਬੰਦੇ ਨੂੰ ਬੰਨਣ ਲਈ ਕੱਚਾ ਧਾਗਾ ਕਾਫੀ ਆ ਜੀ। ਬਿਲਕੁਲ। ਲੁੱਚੇ ਬਦਮਾਸ਼ ਨੂੰ ਸੰਗਲ ਵੀ ਤੜਾ ਲੈਂਦਾ ਉਹ। ਜੀ ਬਿਲਕੁਲ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਸਾਡੀ ਮੁਲਾਕਾਤ ਹੋਊਗੀ ਜੀ ਮੰਡੇ ਵਾਲੇ ਦਿਨ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਤਾਂ ਤੁਸੀਂ ਸਾਨੂੰ ਈਮੇਲ ਲਿਖ ਸਕਦੇ ਹੋ info@radioindia.ca ਤੇ। ਇਸ ਤੋਂ ਇਲਾਵਾ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਫੇਸਬੁੱਕ ਪੇਜ ਹੈ ਰੇਡੀਓ ਇੰਡੀਆ 1110 ਦੇ ਨਾਂ ਹੈ, ਟਵਿੱਟਰ ਹੈ @radioindia1110 ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110।